ਸਤਿ ਸ੍ਰੀ ਅਕਾਲ। ਜਸਟ ਟੀਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਸਵਾਗਤ ਕਰਦੀ ਹਾਂ ਜੀ। ਲੈ ਕੇ ਹਾਜ਼ਰ ਹਾਂ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਅਸੀਂ ਗੱਲ ਕਰਾਂਗੇ ਅਜਿਹੇ ਸ਼ਖਸ ਦੀ ਜੋ ਸਿੱਖ ਸਿਆਸਤ ਦਾ ਵੱਡਾ ਚਿਹਰਾ ਹੈ, ਜਿਸ ਨੂੰ ਅਦਾਲਤ ਵੱਲੋਂ ਕਤਲ ਦਾ ਦੋਸ਼ੀ ਮੰਨਦਿਆਂ ਹੋਇਆਂ ਮੌਤ ਦੀ ਸਜ਼ਾ ਸੁਣਾਈ ਗਈ, ਪਰ ਸਿੱਖਾਂ ਦੀ ਸਰਵਉੱਚ ਸੰਸਥਾ ਨੇ ਉਸ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ। ਅੱਜ ਉਹ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ। ਸਭ ਤੋਂ ਪਹਿਲਾਂ ਗ੍ਰਾਫਿਕਸ ਦੇ ਜ਼ਰੀਏ ਸਮਝ ਲੈਣੇ ਆ ਕਿ ਅੱਜ ਦਾ ਮੁੱਦਾ ਹੈ ਕੀ। ਅੱਜ ਦਾ ਮੁੱਦਾ ਫਾਂਸੀ ਫੈਸਲਾ ਤੇ ਫਰਿਆਦ ਨਾਲ ਜੁੜਿਆ ਹੋਇਆ ਹੈ। ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਰਾਜੋਆਣਾ ਦਾ ਮਾਮਲਾ ਪਛੜਿਆ ਹੈ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਮਸਲੇ ਤੇ ਕੋਈ ਵੀ ਵਿਚਾਰ ਚਰਚਾ ਹੈ ਜਿਹੜੀ ਉਹ ਨਹੀਂ ਕੀਤੀ ਗਈ, ਕਿਉਂਕਿ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਹੋਈ ਸੀ, ਵਿਚਾਰ ਚਰਚਾ ਨਹੀਂ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਸਜ਼ਾ ਮੁਆਫੀ ਸੰਬੰਧੀ ਪਟੀਸ਼ਨ ਵਾਪਸ ਲਵੇ। ਬਲਵੰਤ ਸਿੰਘ ਰਾਜੋਆਣਾ ਕਹਿ ਚੁੱਕੇ ਨੇ ਲੰਮੇ ਸਮੇਂ ਤੋਂ ਲੰਬਿਤ ਕੇਸ ਅਦਾਲਤ ਵਿੱਚ ਪੈਂਡਿੰਗ ਹੈ। ਸਰਕਾਰ ਦੇ ਵੱਲੋਂ ਇਸ ਨੂੰ ਕੋਈ ਵੀ ਹੁੰਗਾਰਾ ਨਹੀਂ ਦਿੱਤਾ ਗਿਆ ਹੈ, ਕਿਉਂਕਿ ਅਦਾਲਤ ਨੇ ਸਰਕਾਰ ਨੂੰ ਆਖਿਆ ਹੈ ਕਿ ਇਸ ਤੇ ਫੈਸਲਾ ਜਲਦ ਕੀਤਾ ਜਾਵੇ। ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਬੈਠਕ ਵਿੱਚ ਸਿਆਸੀ ਘਟਨਾਕ੍ਰਮ ਪਿੱਛੇ ਰਾਜੋਆਣਾ ਦਾ ਮਾਮਲਾ ਪਿੱਛੇ ਪੈ ਗਿਆ ਹੈ। ਹਰਜਿੰਦਰ ਸਿੰਘ ਧਾਮੀ ਵਿਦੇਸ਼ ਗਏ ਹੋਏ ਸੀ, ਉਸ ਕਰਕੇ ਚਰਚਾ ਨਹੀਂ ਹੋ ਸਕੀ। ਅਜਿਹਾ ਸਿੰਘ ਸਾਹਿਬਾਨਾਂ ਦਾ ਕਹਿਣਾ ਹੈ। ਰਾਜੋਆਣਾ ਦੇ ਕੇਸ ਦੇ ਵਿੱਚ ਉਹਨਾਂ ਦੇ ਨਾਲ ਚਰਚਾ ਕਰਨੀ ਲਾਜ਼ਮੀ ਸੀ। ਹੁਣ ਮੁੱਦਾ ਹੈ ਜੀ ਫਾਂਸੀ ਫੈਸਲਾ ਅਤੇ ਫਰਿਆਦ ਨਾਲ ਜੁੜਿਆ ਹੋਇਆ। ਪੰਜਾਬ ਦੀ ਸਿਆਸਤ ਅਤੇ ਸਿੱਖ ਸਿਆਸਤ ਦਾ ਇੱਕ ਅਜਿਹਾ ਚਿਹਰਾ ਜੋ ਪਿਛਲੇ 30 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਬੈਠਾ ਹੈ, ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੈ। ਇੱਕ ਅਜਿਹਾ ਨਾਮ ਜਿਸ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ, ਪਰ ਸਿੱਖਾਂ ਦੀ ਸਰਵਉੱਚ ਸੰਸਥਾ ਨੇ ਉਸ ਨੂੰ ਜਿਉਂਦੇ ਸ਼ਹੀਦ ਦਾ ਖਿਤਾਬ ਦਿੱਤਾ। ਅਸੀਂ ਗੱਲ ਅੱਜ ਕਰ ਰਹੇ ਹਾਂ ਜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਦੇ ਮੁੱਖ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ। ਪਿਛਲੇ 14 ਸਾਲ ਤੋਂ ਕੇਂਦਰ ਸਰਕਾਰ ਦੇ ਕੋਲ ਰਹਿਣ ਦੀ ਲਟਕ ਰਹੀ ਪਟੀਸ਼ਨ ਤੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਪਿਛਲੇ ਕਰੀਬ 15-16 ਸਾਲਾਂ ਤੋਂ ਪਟੀਸ਼ਨ ਲਟਕ ਰਹੀ ਹੈ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਆਖਿਆ ਸੀ ਕਿ ਇਸ ਤੇ ਫੈਸਲਾ ਜਲਦ ਲਿਆ ਜਾਵੇ, ਪਰ ਉਹ ਫੈਸਲਾ ਹਾਲੇ ਤੱਕ ਕੇਂਦਰ ਸਰਕਾਰ ਨੇ ਨਹੀਂ ਲਿਆ ਹੈ। ਜਿਸ ਤੋਂ ਬਾਅਦ ਬਲਵੰਤ ਸਿੰਘ ਰਾਜੋਆਣਾ ਨੇ ਐਸਜੀਪੀਸੀ ਨੂੰ ਚਿੱਠੀ ਲਿਖੀ ਕਿ ਮੇਰੀ ਰਹਿਮ ਦੀ ਪਟੀਸ਼ਨ ਵਾਪਸ ਲੈ ਲਓ, ਮੈਨੂੰ ਰਹਿਮ ਨਹੀਂ ਚਾਹੀਦਾ, ਕਿਉਂਕਿ ਮੈਂ ਉਸ ਤੋਂ ਵੀ ਵੱਧ ਸਜ਼ਾ ਭੁਗਤ ਚੁੱਕਿਆ ਹਾਂ। ਰਹਿਮ ਦੀ ਪਟੀਸ਼ਨ ਵਾਪਸ ਲਈ ਜਾਵੇ। ਇਸੇ ਤੇ ਪਿਛਲੀ ਮੀਟਿੰਗ ਹੋਈ, ਉਸ ਤੇ ਚਰਚਾ ਕੀਤੀ ਗਈ ਕਿ ਰਹਿਮ ਦੀ ਪਟੀਸ਼ਨ ਵਾਪਸ ਲਈ ਜਾਵੇ ਜਾਂ ਫਿਰ ਨਾ ਲਈ ਜਾਵੇ। ਬੀਤੇ ਦਿਨ ਵੀ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ, ਜਿਸ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ। ਉਹਨਾਂ ਦੇ ਵਿੱਚੋਂ ਕੁਝ ਫੈਸਲੇ ਮੁੱਖ ਮੰਤਰੀ ਨਾਲ ਸੰਬੰਧਿਤ ਸੀ, ਇੱਕ ਫੈਸਲਾ ਕੈਬਨਿਟ ਨਾਲ ਸੰਬੰਧਿਤ ਸੀ, ਕੁਝ ਹੋਰ ਫੈਸਲੇ ਸਿੱਖਾਂ ਨਾਲ ਸੰਬੰਧਿਤ ਸੀ। ਪਰ ਰਾਜੋਆਣਾ ਦੇ ਕੇਸ ਤੇ ਇਸ ਜਿਹੜੀ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਨਹੀਂ ਹੋਈ। ਇਸ ਤੇ ਸਿੰਘ ਸਾਹਿਬਾਨਾਂ ਦਾ ਕਹਿਣਾ ਹੈ ਕਿ ਇਸ ਤੇ ਚਰਚਾ ਕਰਨੀ ਬਣਨੀ ਸੀ, ਪਰ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਦੇਸ਼ ਯਾਤਰਾ ਤੇ ਨੇ, ਇਸ ਲਈ ਚਰਚਾ ਨਹੀਂ ਹੋ ਸਕੀ। ਉਹਨਾਂ ਦੇ ਆਉਂਦਿਆਂ ਹੀ ਇਹ ਚਰਚਾ ਹੋਏਗੀ, ਕਿਉਂਕਿ ਕੇਸ ਐਸਜੀਪੀਸੀ ਦੀ ਤਰਫੋਂ ਲੜਿਆ ਜਾ ਰਿਹਾ ਹੈ। ਦਰਅਸਲ ਬੰਦੀ ਸਿੰਘਾਂ ਦੇ ਕੇਸਾਂ ਦਾ ਖਰਚਾ ਐਸਜੀਪੀਸੀ ਚੁੱਕਦੀ ਹੈ। ਸਾਰੇ ਕੇਸ ਹੀ ਬੰਦੀ ਸਿੰਘਾਂ ਦੇ ਵੱਲੋਂ ਬੰਦੀ ਸਿੰਘਾਂ ਦੇ ਐਸਜੀਪੀਸੀ ਦੇ ਖਰਚੇ ਤੇ ਲੜੇ ਜਾਂਦੇ ਨੇ। ਇਸੇ ਤੇ ਹੀ ਚਰਚਾ ਹੈ ਕਿ ਹੁਣ ਇਹ ਮੁੱਦਾ ਜਿਹੜਾ ਹੈ ਅੜ ਗਿਆ ਹੈ। ਪਹਿਲਾਂ ਤਾਂ ਸਰਕਾਰ ਦੇ ਕੋਲ ਫਸਿਆ ਰਿਹਾ, ਹੁਣ ਸਿੱਖ ਸੰਸਥਾ ਜੋ ਸਰਵਉੱਚ ਸੰਸਥਾ ਹੈ, ਅਕਾਲ ਤਖਤ ਦੇ ਵੱਲੋਂ ਵੀ ਇਸ ਤੇ ਇਹ ਕੇਸ ਹੈ ਜਿਹੜਾ ਪਿੱਛੇ ਪੈ ਗਿਆ। ਤੁਹਾਡੇ ਮੁਤਾਬਕ ਸਾਡੇ ਸਵਾਲ ਚੱਲ ਰਹੇ ਨੇ ਪਟੀਸ਼ਨ ਤੇ ਅਪੀਲ ਐਸਜੀਪੀਸੀ ਦੀ ਕੀ ਦਲੀਲ, ਐਸਜੀਪੀਸੀ ਤੇ ਕੀ ਦਲੀਲ ਦੇਗੀ, ਕਿਉਂਕਿ ਬਲਵੰਤ ਸਿੰਘ ਰਾਜੋਆਣਾ ਕਹਿ ਚੁੱਕੇ ਨੇ ਕਿ ਉਹਨਾਂ ਨੂੰ ਰਿਹਾਈ ਨਹੀਂ ਚਾਹੀਦੀ, ਤੁਸੀਂ ਆਪਣੀ ਪਟੀਸ਼ਨ ਵਾਪਸ ਲੈ ਲਓ, ਕਿਉਂਕਿ ਰਿਹਾਈ ਹੋ ਹੀ ਨਹੀਂ ਰਹੀ, ਇੰਨੇ ਸਾਲ ਹੋ ਗਏ ਨੇ। ਮਾਮਲਾ ਕਤਲ ਨਾਲ ਸੰਬੰਧਿਤ ਕਿਉਂ ਇੰਨਾ ਲੰਬਤ, ਕਿਉਂਕਿ ਬਹੁਤ ਕੁਝ ਹੋ ਚੁੱਕਿਆ ਹੈ, ਕਈ ਸਾਲ ਹੋ ਚੁੱਕੇ ਨੇ, ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ, ਫਿਰ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ। ਜ਼ਿਆਦਾ ਤੋਂ ਜ਼ਿਆਦਾ 20 ਸਾਲ ਹੀ ਹੁੰਦੀ ਹੈ, 20 ਸਾਲ ਪੂਰੇ ਹੋਇਆ ਨੂੰ ਵੀ ਵੱਧ ਸਮਾਂ ਹੋ ਗਿਆ ਹੈ, ਉਸ ਤੋਂ ਦੁੱਗਣਾ ਸਮਾਂ ਹੋਣ ਨੂੰ। ਪਰ ਹਾਲੇ ਤੱਕ ਬਲਵੰਤ ਸਿੰਘ ਰਾਜੋਆਣਾ ਸਣੇ ਕਈ ਬੰਦੀ ਸਿੰਘ ਅਜਿਹੇ ਨੇ ਜਿਹੜੇ ਕਾਲੇ ਦੌਰ ਦੇ ਦੌਰਾਨ ਜੇਲ੍ਹਾਂ 'ਚ ਗਏ ਅਤੇ ਹਾਲੇ ਵੀ ਬਾਹਰ ਨੇ, ਚਾਹੇ ਜਗਤਾਰ ਸਿੰਘ ਤਾਰਾ ਹੋਣ ਜਾਂ ਫਿਰ ਜਗਤਾਰ ਹਵਾਰਾ ਹੋਣ, ਬਲਵੰਤ ਸਿੰਘ ਰਾਜੋਆਣਾ ਹੋਣ ਜਾਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੋਣ ਜਾਂ ਕਈ ਹੋਰ ਅਜਿਹੇ ਨਾਮ ਨੇ ਜਿਹੜੇ ਹਾਲੇ ਵੀ ਜੇਲ੍ਹਾਂ ਦੇ ਵਿੱਚ ਨੇ। ਤਾਂ ਤੁਸੀਂ ਹੁਣ ਖੁਦ ਦੱਸੋ ਕਿ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਦੇ ਵਿੱਚ ਕੀ ਹੋਣਾ ਚਾਹੀਦਾ ਹੈ, ਐਸਜੀਪੀਸੀ ਨੂੰ ਕੀ ਫੈਸਲਾ ਲੈਣਾ ਚਾਹੀਦਾ ਹੈ, ਕੀ ਰਹਿਮ ਦੀ ਅਪੀਲ ਵਾਪਸ ਲੈ ਲੈਣੀ ਚਾਹੀਦੀ ਹੈ, ਕੀ ਐਸਜੀਪੀਸੀ ਨੂੰ ਤਕੜੇ ਹੋ ਕੇ ਹਲੇ ਵੀ ਇਹ ਕੇਸ ਲੜਨਾ ਚਾਹੀਦਾ ਹੈ, ਕੀ ਜੇਲ੍ਹ ਦੇ ਵਿੱਚ ਬੈਠੇ
ਰਾਜੋਆਣਾ ਦਾ ਇਹ ਕਹਿਣਾ ਸਹੀ ਹੈ ਕਿ ਅਪੀਲ ਵਾਪਸ ਲੈ ਲਈ ਜਾਵੇ। ਪ੍ਰਧਾਨ ਧਾਮੀ ਦੇਸ਼ ਤੋਂ ਬਾਹਰ ਨੇ, ਇਸ ਲਈ ਗੱਲਬਾਤ ਨਹੀਂ ਹੋ ਸਕਦੀ। ਗੱਲਬਾਤ ਕੀ ਫੋਨ ਦੇ ਜ਼ਰੀਏ ਨਹੀਂ ਸੀ ਹੋ ਸਕਦੀ, ਕਿਉਂਕਿ ਇਹ ਤਾਂ ਹੈ ਨਹੀਂ ਕਿ ਕੋਈ ਕੇਸ ਨਵਾਂ ਹੈ, ਇਹ ਚੀਜ਼ ਹੈ। ਤਾਂ ਹੁਣ ਇਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ? ਪੰਜਾਬ ਪੁਲਿਸ ਦੇ ਸਾਬਕਾ ਕਾਂਸਟੇਬਲ ਰਹੇ ਨੇ ਦਵਿੰਦਰਪਾਲ ਸਿੰਘ ਭੁੱਲਰ, ਜੋ ਬੈਕਅਪ ਮਨੁੱਖੀ ਬੰਬ ਬਣੇ ਸੀ, ਜਿਸਨੇ ਅਦਾਲਤ ਵਿੱਚ ਖੜੇ ਹੋ ਕੇ ਬਿਨਾਂ ਕਿਸੇ ਡਰ ਦੇ ਆਪਣਾ ਗੁਨਾਹ ਕਬੂਲਿਆ ਤੇ ਕਦੇ ਵੀ ਕੋਈ ਰਹਿਮ ਦੀ ਭੀਖ ਨਹੀਂ ਮੰਗੀ। ਬਲਵੰਤ ਸਿੰਘ ਰਾਜੋਆਣਾ, ਜਿਨ੍ਹਾਂ ਦੀ ਫਾਂਸੀ ਦੀ ਸਜ਼ਾ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਜਿਹੜੀ ਉਹ ਹੋਈ, ਤੇ ਉਸ ਤੋਂ ਬਾਅਦ ਅਦਾਲਤ ਨੇ ਆਖਿਆ ਕਿ ਇਸ ਦਾ ਫੈਸਲਾ ਸਰਕਾਰ ਲਵੇਗੀ, ਕਿਉਂਕਿ ਸਰਕਾਰ ਨਾਲ ਸੰਬੰਧਿਤ ਕੇਸ ਹੈ। ਫਿਰ ਸਭ ਦੀਆਂ ਨਜ਼ਰਾਂ ਟਿਕ ਗਈਆਂ ਜੀ ਕੇਂਦਰ ਸਰਕਾਰ ਤੇ, ਪੰਜਾਬ ਸਰਕਾਰ ਤੇ, ਪਰ ਕੇਂਦਰ ਸਰਕਾਰ ਨੇ ਹਾਲੇ ਤੱਕ ਇਸ ਤੇ ਫੈਸਲਾ ਨਹੀਂ ਲਿਆ। ਹਾਂ, ਤੇ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ਵਿੱਚ ਇੰਨਾ ਜ਼ਰੂਰ ਬੋਲੇ, ਜਦੋਂ ਹਰਸਿਮਰਤ ਕੌਰ ਬਾਦਲ ਨੇ ਬੰਦੀ ਸਿੰਘਾਂ ਦਾ ਮੁੱਦਾ ਉਠਾਇਆ ਤਾਂ ਅਮਿਤ ਸ਼ਾਹ ਨੇ ਆਖਿਆ ਕਿ ਰਹਿਮ ਉਸ ਤੇ ਕੀਤਾ ਜਾਂਦਾ ਹੈ ਜਿਸ ਨੂੰ ਆਪਣੇ ਕੀਤੇ ਦੇ ਦੁੱਖ ਹੋਵੇ। ਪਰ ਬਲਵੰਤ ਸਿੰਘ ਰਾਜੋਆਣਾ ਅਦਾਲਤ ਵਿੱਚ ਕਹਿੰਦੇ ਨੇ ਕਿ ਉਹਨਾਂ ਨੂੰ ਆਪਣੇ ਕੀਤੇ ਦਾ ਕੋਈ ਦੁੱਖ ਨਹੀਂ ਹੈ, ਬੇਅੰਤ ਸਿੰਘ ਨੂੰ ਮਾਰ ਦਿੱਤਾ। ਤਾਂ ਅਜਿਹੇ ਵਿਅਕਤੀ ਤੇ ਰਹਿਮ ਨਹੀਂ ਕੀਤਾ ਜਾ ਸਕਦਾ, ਰਹਿਮ ਜਿਹੜਾ ਹੈ ਉਹ ਨਹੀਂ ਹੋ ਸਕਦਾ ਹੈ, ਇਸ ਲਈ ਸਜ਼ਾ ਬਰਕਰਾਰ ਰਹੇਗੀ। ਹੁਣ ਇਹ ਤੁਸੀਂ ਸੋਚ ਸਕਦੇ ਹੋ, ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਕੀ ਸੋਚਦੇ ਹੋ ਕਿ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਹੋਣੀ ਚਾਹੀਦੀ, ਕਿ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਆਉਣਾ ਚਾਹੀਦਾ ਹੈ, ਜਾਂ ਫਿਰ ਐਸਜੀਪੀਸੀ ਨੂੰ ਇਸ ਤੇ ਕੀ ਫੈਸਲਾ ਲੈਣਾ ਚਾਹੀਦਾ ਹੈ ਕਿ ਰਹਿਮ ਦੀ ਅਪੀਲ ਐਸਜੀਪੀਸੀ ਨੂੰ ਵਾਪਸ ਲੈਣੀ ਚਾਹੀਦੀ ਹੈ, ਜਾਂ ਫਿਰ ਰਹਿਮ ਦੀ ਅਪੀਲ ਐਸਜੀਪੀਸੀ ਨੂੰ ਨਹੀਂ ਲੈਣੀ ਚਾਹੀਦੀ, ਕੋਈ ਹੋਰ ਕਾਨੂੰਨੀ ਜੋੜ ਤੋੜ ਨਾਲ ਹੱਲ ਜਿਹੜਾ ਉਹ ਕੱਢਣਾ ਚਾਹੀਦਾ ਹੈ। ਸਾਡੇ ਦੇਸ਼ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਨੇ। ਰਾਜੀਵ ਗਾਂਧੀ ਕਤਲकांड ਹੋਇਆ, ਉਸਦੇ ਕਤਲकांड ਨਾਲ ਸੰਬੰਧਿਤ ਜਿਹੜੇ ਲੋਕ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਅਦਾਲਤ ਵੱਲੋਂ। ਉਦੋਂ ਕੀ ਹੋਇਆ ਸੀ ਕਿ ਉਸ ਸੂਬੇ ਦੀ ਵਿਧਾਨ ਸਭਾ ਨੇ ਮਤਾ ਪਾਸ ਕੀਤਾ ਸੀ ਉਹਨਾਂ ਨੂੰ ਰਿਹਾਈ, ਜਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਲਿਆ। ਪਰ ਸਾਡੇ ਸੂਬੇ ਦੇ ਵਿੱਚ ਅਜਿਹਾ ਨਹੀਂ ਹੈ। ਬੰਦੀ ਸਿੰਘਾਂ ਨੂੰ ਕੋਈ ਵੀ ਲੈ ਕੇ ਕੋਈ ਵੀ ਮਤਾ ਸਾਡੀ ਵਿਧਾਨ ਸਭਾ ਵਿੱਚ ਪਾਸ ਨਹੀਂ ਹੋਇਆ ਹੈ। ਇਸ ਲਈ ਲੋਕ ਕਈ ਸਵਾਲ ਕਰਦੇ ਨੇ ਕਿ ਸਾਡੇ ਦੇਸ਼ ਦੇ ਵਿੱਚ ਦੋ ਕਾਨੂੰਨ ਨੇ। ਜੇਕਰ ਰਾਜੀਵ ਗਾਂਧੀ ਹੱਤਿਆਕਾਂਡ ਜਿਹੜੇ ਪ੍ਰਧਾਨ ਮੰਤਰੀ ਸੀ ਉਸਦੇ ਦੋਸ਼ੀ ਬਰੀ ਹੋ ਸਕਦੇ ਨੇ, ਤਾਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਦੋਸ਼ੀਆਂ ਨੂੰ ਬਰੀ ਕਿਉਂ ਨਹੀਂ ਕੀਤਾ ਜਾ ਸਕਦਾ? ਦਰਸ਼ਕ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜਨਾ ਸ਼ੁਰੂ ਹੋ ਚੁੱਕੇ ਨੇ, ਗੱਲਬਾਤ ਕਰ ਲੈਂਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਹੋ ਸਰ ਤੁਸੀਂ, ਤੇ ਕਿੱਥੋਂ ਬੋਲ ਰਹੇ ਹੋ ਜੀ? ਪਲੀਜ਼ ਆਪਣਾ ਨਾਮ ਦੱਸ ਦਿਓ ਇੱਕ ਵਾਰ। ਹਾਂਜੀ ਚੀਮਾ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਸ ਪੂਰੇ ਮਸਲੇ ਤੇ? ਕਹਿਣਾ ਇਹ ਚਾਹੀਦਾ ਵੀ ਜਦੋਂ ਫਾਂਸੀ ਦੇਣੀ ਸੀ 2007 ਵਿੱਚ, ਉਦੋਂ ਫਾਂਸੀ ਦਿੱਤੀ ਜਾ ਸਕਦੀ, ਉਦੋਂ ਫਾਂਸੀ ਬੇਸ਼ੱਕ ਦੇ ਦਿੰਦੇ। ਜਦੋਂ 19 ਸਾਲ ਉੱਤੇ ਕੱਟ ਲਏ ਉਹਨੇ, ਦੋਹਰੀ ਸਜ਼ਾ ਨਹੀਂ ਹੋਣੀ ਚਾਹੀਦੀ, ਨਾਲੇ ਫਾਂਸੀ ਤੇ ਨਾਲੇ ਫਿਰ ਉਮਰ ਕੈਦ, ਦੋ ਸਜ਼ਾ ਕੱਟ ਹੋ ਗਿਆ। ਕਿੰਨਾ ਚਿਰ ਹੋਇਆ ਚੱਕੀ, ਦੋਹਰੀ ਉਮਰ ਕੈਦ ਹਿਸਾਬ ਨਾਲ ਕੱਟ ਹੋ ਗਈ। ਜੇ ਜਿੱਦਾਂ ਉਮਰ ਕੈਦ ਨੂੰ 14 ਕੁ ਸਾਲ ਗਿਣਦੇ ਆ ਨਾ, ਇਸ ਹਿਸਾਬ ਨਾਲ ਦੋਹਰੀ ਹੋ ਗਈ। ਤੇ ਜਾਂ ਫਿਰ ਉਦੋਂ ਜਦੋਂ 2007 ਦੇ ਵਿੱਚ ਫਾਂਸੀ ਉਦੋਂ ਸਾਜ਼ੀ ਦੇਣੀ ਚਾਹੀਦੀ। ਹੁਣ ਫਾਂਸੀ ਬਣਦੀ ਨਹੀਂ। ਜੇ ਕਾਨੂੰਨੀ ਮਾਰ ਕਈ ਤਾਂ ਦੇਖਿਆ ਚੈਨਲਾਂ ਤੇ ਜਾਂ ਗੱਲਾਂ ਲਾਈਵ ਹੋ ਕੇ ਗੱਲਾਂ ਬਾਤਾਂ ਕਰਦੇ ਆ ਨਾ, ਉਹ ਸੁਣਦੇ ਆ। ਹੁਣ ਅਸੀਂ ਤੇ ਵਕੀਲ ਤਾਂ ਹੈ ਨਹੀਂ, ਤੇ ਉਹਨਾਂ ਨੇ ਕਈ ਉਹ ਉਦਾਹਰਨਾਂ ਵੀ ਦੇ ਕੇ ਦੱਸਦੇ ਆ। ਤੇ ਇਹ ਫਾਂਸੀ ਬਣਦੀ ਨਹੀਂ, ਸਰਕਾਰ ਧੱਕੇ ਨਾਲ ਦੇਈ ਜਾਵੇ। ਜੇ ਉਹਨੇ ਮਾਫੀ ਮੰਗਣੀ ਹੁੰਦੀ ਤੇ ਉਹ ਉਦੋਂ ਹੀ ਅਪੀਲ ਪਾਉਂਦਾ ਸਰਕਾਰ ਅਦਾਲਤ ਦੇ ਵਿੱਚ ਵੀ ਮੈਨੂੰ ਮਾਫੀ ਦਿਓ। ਮੈਨੂੰ ਉਹ ਜਿਹੜਾ ਅਦਾਲਤ ਵਿੱਚ ਕੇਸ ਕਰਦੇ ਇੱਕ ਕਿਸਮ ਦੀ ਮਾਫੀ ਮੰਗਣ ਨੂੰ ਕਰਦੇ, ਜਿਹੜੇ ਵਕੀਲ ਲੜਦੇ ਆ ਸਭ ਕੁਝ ਕਰਦੇ ਆ। ਉਹ ਕਹਿੰਦਾ ਮੈਂ ਜੋ ਕਰਤਾ, ਹੁਣ ਤੁਸੀਂ ਜੋ ਕਰਨਾ ਕਰ ਲਓ। ਹੁਣ ਤੇ ਆਪਣਾ ਕੇਸ ਹੀ ਨਹੀਂ ਲੜਿਆ, ਕੇਸ ਕੋਈ ਵਕੀਲ ਨਹੀਂ ਖੜਾ ਕੀਤਾ, ਕੋਈ ਨਹੀਂ ਗੱਲ, ਕੋਈ ਐਪਲੀਕੇਸ਼ਨ ਨਹੀਂ ਪਾਈ। ਇਹ ਆਪਣੇ ਸ਼੍ਰੋਮਣੀ ਕਮੇਟੀ ਨੇ ਪਾਈ ਨਾ। ਹੁਣ ਇੰਨੀ ਸਜ਼ਾ ਭੁਗਤ ਕੇ ਹੁਣ ਅਮਿਤ ਸ਼ਾਹ ਕਹੀ ਜਾਵੇ ਹੁਣ ਮਾਫੀ ਮੰਗੇ, ਹੈ ਉਹ ਇਹ ਮਾਫੀ ਨਹੀਂ ਅਗਲਾ ਮੰਗਦਾ। ਇਸ ਗੱਲ ਨੂੰ ਹੱਤਕ ਸਮਝਦਾ ਵੀ ਮੈਂ ਸਭ ਕੁਝ ਮੇਰੀ ਸਾਰੀ ਖੂਹ ਚ ਪੈਂਦੀ ਆ, ਕੀਤੀ ਕਰਾਈ ਵੀ ਇੰਨੀ ਮੈਂ ਕਰਕੇ ਤੇ ਫਿਰ ਮਾਫੀ ਮੰਗਦਾ। ਫਿਰ ਤੁਸੀਂ ਪੜ੍ਹ ਕੇ ਦੇਖ ਲਿਓ, ਸਿੱਖ ਨਾ ਤਾਂ ਹਥਿਆਰ ਹੱਥ ਖੜੇ ਕਰਦੇ ਹੁੰਦੇ ਆ ਜਦੋਂ ਸਾਹਮਣੋ ਸਾਹਮਣੇ ਜੰਗ ਚ ਹੋ ਜਾਏ ਲੜਾਈ, ਤੇ ਨਾ ਹੀ ਇਹ ਮਾਫੀ ਮੰਗਦੇ ਆ ਕੌਮ। ਇਸੇ ਕਰਕੇ ਹੀ ਸਰਕਾਰਾਂ ਨੂੰ ਚੁੱਭਦੀ ਇਹ ਕੌਮ। ਲੜਾਕੀ ਕੌਮ ਆ, ਬਹਾਦਰ ਆ,
ਤੇ ਇਸੇ ਕਰਕੇ ਸਰਕਾਰਾਂ ਇਹਨਾਂ ਨੂੰ ਦਬਾਉਂਦੀਆਂ, ਪਰ ਦਬੇ ਨਹੀਂ ਅੱਜ ਤੱਕ ਇਹ ਸਾਰੇ। ਤੁਸੀਂ ਦੇਖ ਲਓ ਜਿਹੜਾ ਜਿਹੜਾ ਵੀ ਕੇਸ ਆ, ਜਿੱਥੇ ਵੀ ਕਿਤੇ ਮੁਕਾਬਲਾ ਹੋਇਆ, ਤੁਸੀਂ ਸਾਰਾਗੜ੍ਹੀ ਦਾ ਇਤਿਹਾਸ ਆਪਾਂ ਪੜ੍ਹ ਕੇ ਦੇਖਿਆ, 21 ਬੰਦਿਆਂ ਨੇ 10,000 ਦਾ ਮੁਕਾਬਲਾ ਕੀਤਾ, ਹੱਥ ਖੜੇ ਕਰਕੇ ਬਾਹਰ ਨਹੀਂ ਆਏ। ਤੇ ਹੋਰ ਵੀ ਹਰਿਮੰਦਰ ਸਾਹਿਬ ਦੇ ਵਿੱਚ ਕਿੰਨੇ ਕੁ ਬੰਦੇ ਸੀਗੇ, 150 ਹੱਥ ਖੜੇ ਕਰਕੇ ਬਾਹਰ ਨਹੀਂ ਆਏ। ਹੋਰ ਵੀ ਕਿਤੇ ਦੇਖ ਲਓ ਬੰਦੇ ਹੱਥ ਖੜੇ ਕਰਕੇ ਬਾਹਰ ਨਹੀਂ ਆਉਂਦੇ। ਆਪਾਂ ਪੁਰਾਣਾ ਇਤਿਹਾਸ ਗੁਰੂਆਂ ਦੇ ਵੇਲੇ ਦੇ 40 ਬੰਦੇ ਹੀ ਚਮਕੌਰ ਦੀ ਗੜ੍ਹੀ 'ਚ ਹੱਥ ਖੜੇ ਕਰਕੇ ਬਾਹਰ ਨਹੀਂ ਆਏ। ਤੇ ਮਤਲਬ ਹੱਥ ਖੜੇ ਕਰਕੇ ਨਹੀਂ ਆਉਂਦੇ, ਨਾ ਮਾਫੀ ਮੰਗਦੇ ਹੁੰਦੇ ਆ। ਤੇ ਮਤਲਬ ਇਹਨਾਂ ਨੂੰ ਜੇ ਛੱਡ ਦਿੱਤਾ ਜਾਵੇ ਤੇ ਇਹਨਾਂ ਜੇ ਸੱਜਣਤਾ ਹੀ ਕਰੇ ਤੇ ਇੰਨੇ ਇਹ ਨੇੜ ਰੱਖਦੇ ਨਾ ਤੇ ਬਹੁਤ ਜ਼ਿਆਦਾ, ਜੇ ਸੱਜਣਤਾ ਹੀ ਕੋਈ ਵਰਤੇ। ਐਸਜੀਪੀਸੀ ਨੂੰ ਸਰ ਤੁਹਾਡੇ ਮੁਤਾਬਕ ਕੀ ਕਰਨਾ ਚਾਹੀਦਾ ਹੈ? ਥੈਂਕ ਯੂ। ਠੀਕ ਹੈ, ਬਹੁਤ ਸ਼ੁਕਰੀਆ ਸਰ, ਤੁਸੀਂ ਸਮਾਂ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ, ਆਪਣੀ ਰਾਏ ਦਿੱਤੀ। ਬਹੁਤ ਧੰਨਵਾਦ ਤੁਹਾਡਾ। ਤਾਂ ਚੀਮਾ ਸਾਹਿਬ ਸਾਡੇ ਨਾਲ ਜੁੜੇ ਸੀ, ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਰਾਜੋਆਣਾ ਨੂੰ ਮਾਫੀ ਮੰਗਣ ਲਈ ਕਹਿ ਰਹੀ ਹੈ, ਮਾਫੀ ਨਹੀਂ ਮੰਗ ਰਹੇ। ਮਾਫੀ ਮੰਗਣਗੇ ਤਾਂ ਉਹ ਖੁਦ ਨੀਵੇਂ ਹੋ ਜਾਣਗੇ, ਜੇ ਹੱਲ ਨਹੀਂ ਹੋ ਸਕਦਾ। ਫਿਲਹਾਲ ਇੱਕ ਵਕਫੇ ਦੇ ਲਈ ਰੁਕਾਂਗੇ। ਚੱਲ ਹਾਜ਼ਰ ਹੋ ਗਿਆ ਤੇ ਤੁਸੀਂ ਜਾਣਾ ਕਿਧਰੇ ਨਹੀਂ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਪ੍ਰੋਗਰਾਮ ਮਿਸਟਰੀ ਵੇਲੇ ਲਾਈਵ ਹੈ। ਸਾਡੇ ਨੰਬਰਸ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਸ ਤੇ ਕਾਲ ਕਰਕੇ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿ ਤੁਸੀਂ ਇਸ ਪੂਰੇ ਮਸਲੇ ਤੇ ਕੀ ਸੋਚਦੇ ਹੋ। ਤਾਂ ਮੁੱਦੇ ਤੇ ਵਾਪਸ ਆਉਂਦੇ ਹਾਂ ਜੀ। ਮੁੱਦਾ ਹੈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਜੁੜਿਆ ਹੋਇਆ, ਜਿਨ੍ਹਾਂ ਨੂੰ ਅਕਾਲ ਤਖਤ ਦੇ ਵੱਲੋਂ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਹੈ, ਉਸ ਉਪਾਧੀ ਦੇ ਨਾਲ ਨਵਾਜ਼ਿਆ ਗਿਆ ਹੈ। ਪਰ ਦੂਜੇ ਪਾਸੇ ਕਾਨੂੰਨ ਉਹਨਾਂ ਨੂੰ ਦੋਸ਼ੀ ਮੰਨਦਾ ਹੈ ਤੇ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ। ਐਸੇ ਨੂੰ ਲੈ ਕੇ ਰਹਿਮ ਦੀ ਅਪੀਲ ਐਸਜੀਪੀਸੀ ਦੇ ਵੱਲੋਂ ਪਾਈ ਗਈ ਸੀ, ਪਰ ਰਹਿਮ ਦੀ ਅਪੀਲ ਐਕਸੈਪਟ ਨਹੀਂ ਹੋਈ ਤਾਂ ਬਲਵੰਤ ਸਿੰਘ ਰਾਜੋਆਣਾ ਨੇ ਆਖਿਆ, ਚਿੱਠੀਆਂ ਲਿਖੀਆਂ ਐਸਜੀਪੀਸੀ ਨੂੰ ਕਿ ਉਸਦਾ ਕੇਸ ਨਾ ਲੜਿਆ ਜਾਵੇ ਅਤੇ ਰਹਿਮ ਦੀ ਅਪੀਲ ਹੈ ਜਿਹੜੀ ਵਾਪਸ ਲਈ ਜਾਵੇ। ਇਸੇ ਤੇ ਐਸਜੀਪੀਸੀ ਨੇ ਫੈਸਲਾ ਲੈਣਾ ਸੀ। ਬਾਅਦ ਵਿੱਚ ਐਸਜੀਪੀਸੀ ਦੇ ਵੱਲੋਂ ਇਹ ਫੈਸਲਾ ਹੈ ਜਿਹੜਾ ਫੈਸਲਾ ਲੈਣ ਦੇ ਲਈ ਪੰਜ ਸਿੰਘ ਸਾਹਿਬਾਨਾਂ ਦੇ ਕੋਲ ਇਸੇ ਭੇਜਿਆ ਗਿਆ। ਐਸਜੀਪੀਸੀ ਐਗਜ਼ੀਕਿਊਟਿਵ ਕਮੇਟੀ ਨੇ ਖੁਦ ਕੋਈ ਫੈਸਲਾ ਲੈਣ ਦੀ ਬਜਾਏ ਇਹ ਮਾਮਲਾ ਅੰਤਮ ਸਮੀਖਿਆ ਤੇ ਦਿਸ਼ਾ ਨਿਰਦੇਸ਼ਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਾਹਿਬਾਨਾਂ ਦੇ ਅੱਗੇ ਭੇਜ ਦਿੱਤਾ। ਤੇ ਇਸੇ ਨੂੰ ਲੈ ਕੇ ਮੀਟਿੰਗ ਹੈ ਜਿਹੜੀ ਬੀਤੇ ਦਿਨੀ ਹੋਈ, ਜਿਸ ਦੇ ਵਿੱਚ ਬਾਕੀ ਸਾਰੇ ਮਸਲੇ ਤਾਂ ਵਿਚਾਰੇ ਗਏ, ਪਰ ਬਲਵੰਤ ਸਿੰਘ ਰਾਜੋਆਣਾ ਦਾ ਮਸਲਾ ਵਿਚਾਰਿਆ ਨਹੀਂ ਗਿਆ, ਕਿਉਂਕਿ ਪੰਜ ਸਿੰਘ ਸਾਹਿਬਾਨਾਂ ਦਾ ਕਹਿਣਾ ਹੈ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਦੇਸ਼ ਸਨ, ਇਸ ਲਈ ਚਰਚਾ ਦੇ ਲਈ ਉਹਨਾਂ ਦਾ ਹੋਣਾ ਲਾਜ਼ਮੀ ਸੀ। ਇਹ ਮਸਲਾ ਜਲਦ ਵਿਚਾਰਿਆ ਜਾਵੇਗਾ। ਇਸ ਮੀਟਿੰਗ ਦੇ ਵਿੱਚ ਹੋਰ ਏਜੰਡੇ ਹਾਵੀ ਰਹੇ ਨੇ। ਰਾਜੋਆਣਾ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜੇਕਰ ਉਹਨਾਂ ਦੀ ਰਹਿਮ ਦੀ ਅਪੀਲ ਦੇ ਵਿੱਚ ਵਾਪਸ ਨਹੀਂ ਲਈ ਗਈ, ਉਹਨਾਂ ਦੀ ਪਟੀਸ਼ਨ ਤੇ ਜਲਦ ਫੈਸਲਾ ਨਾ ਲਿਆ ਗਿਆ, ਤਾਂ ਉਹ ਜੇਲ੍ਹ ਦੇ ਵਿੱਚ ਦੁਬਾਰਾ ਤੋਂ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ। ਦੂਜੇ ਪਾਸੇ ਮੀਟਿੰਗ ਉਦੋਂ ਹੁੰਦੀ ਹੈ ਜਦੋਂ ਸੁਪਰੀਮ ਕੋਰਟ ਨੇ ਦਬਾਅ ਪਾਇਆ ਕੇਂਦਰ ਸਰਕਾਰ ਤੇ ਕਿਸੇ ਕੋਈ ਫੈਸਲਾ ਲਓ, ਪਰ ਫਿਰ ਵੀ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਬੈਠਕ ਦੇ ਵਿੱਚ ਇਸ ਮੁਤਲਕ ਕੋਈ ਫੈਸਲਾ ਨਹੀਂ ਲਿਆ ਸਕਦਾ। ਹੁਣ ਸਵਾਲ ਕਈ ਖੜੇ ਹੁੰਦੇ ਨੇ ਇਸ ਨੂੰ ਲੈ ਕੇ ਕਿ ਜੇਕਰ ਕਾਨੂੰਨ ਮੁਤਾਬਕ ਸਜ਼ਾ ਕੱਟਣੀ ਇੱਕ ਗੁਨਾਹ ਦੀ ਕੀਮਤ ਹੈ ਤਾਂ 29 ਸਾਲ ਦੀ ਨਜ਼ਰਬੰਦੀ ਤੋਂ ਬਾਅਦ ਵੀ ਫਾਂਸੀ ਦੀ ਤਲਵਾਰ ਲਟਕਾ ਕੇ ਰੱਖਣਾ ਕੀ ਇੱਕ ਇਨਸਾਨ ਦੀ ਮਾਨਸਿਕ ਹੱਤਿਆ ਨਹੀਂ ਹੈ? ਕਿ ਇਹ ਦੂਰੀ ਕੈਦ ਨਹੀਂ ਹੋ ਗਈ? 29 ਸਾਲ ਹੋ ਗਏ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ ਦੇ ਵਿੱਚ, ਅਤੇ ਉਹਨਾਂ ਦੀ ਸਜ਼ਾ ਜਿਹੜੀ ਹੈ 2012 ਦੇ ਵਿੱਚ ਸੁਣਾਈ ਗਈ ਸੀ ਫਾਂਸੀ ਦੀ। ਫਾਂਸੀ ਦੀ ਸਜ਼ਾ ਸੁਣਾਈ ਨੂੰ ਵੀ 15 ਸਾਲ ਹੋ ਗਏ। ਹੁਣ ਵੀ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ, ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ। ਤੁਹਾਡੇ ਮੁਤਾਬਕ ਤੁਸੀਂ ਦੱਸ ਸਕਦੇ ਹੋ ਕਿ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਹੋਣੀ ਚਾਹੀਦੀ ਹੈ, ਕਿ ਰਹਿਮ ਦੀ ਪਟੀਸ਼ਨ ਐਸਜੀਪੀਸੀ ਨੂੰ ਵਾਪਸ ਲੈਣੀ ਚਾਹੀਦੀ ਹੈ, ਜਾਂ ਫਿਰ ਕੋਈ ਹੋਰ ਕਾਨੂੰਨੀ ਦਾਅਪੇਚ ਖੇਡਣਾ ਚਾਹੀਦਾ? ਦਰਅਸਲ ਕੇਂਦਰ ਸਰਕਾਰ ਕਹਿੰਦੀ ਹੈ ਕਿ ਰਾਜੋਆਣਾ ਮਾਫੀ ਮੰਗੇ। ਰਾਜੋਆਣਾ ਕਹਿੰਦੇ ਨੇ ਕਿ ਮੈਂ ਮਾਫੀ ਨਹੀਂ ਮੰਗਾਗਾ, ਮੈਂ ਜੋ ਕੀਤਾ ਸਹੀ ਕੀਤਾ। ਉਹਨਾਂ ਦੇ ਵੱਲੋਂ ਅਦਾਲਤ ਵਿੱਚ ਜਿਹਾ ਆਖਿਆ ਗਿਆ ਸੀ ਕਿ ਵਾਕਿਆ ਹੀ ਰਾਜੋਆਣਾ ਜੋ ਕਹਿ ਰਹੇ ਨੇ ਉਹ ਠੀਕ ਕਹਿ ਰਹੇ ਨੇ, ਜਾਂ ਫਿਰ ਮਰਸੀ ਪਟੀਸ਼ਨ ਤੇ ਸੁਣਵਾਈ ਹੈ ਜਿਹੜੀ ਉਹ ਹੋਣੀ ਚਾਹੀਦੀ ਸੀ। ਹਾਲਾਂਕਿ ਕੁਝ ਹੋਰ ਅਜਿਹੇ ਬੰਦੀ ਸਿੰਘ ਵੀ ਹਨ ਜਿਨ੍ਹਾਂ ਦੀ ਮਰਸੀ ਪਟੀਸ਼ਨ ਤੇ ਸੁਣਵਾਈ ਹੁੰਦੀ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਹਾਂ ਉਹਨਾਂ ਨੇ ਗਲਤੀ ਕੀਤੀ ਹੈ। ਮਾਫ ਕਰਨਾ, ਉਹਨਾਂ ਨੇ ਆਪਣੇ ਵਕੀਲ ਦੇ ਵੱਲੋਂ ਪਟੀਸ਼ਨ ਪਾਈ, ਗਲਤੀ ਨਹੀਂ ਮੰਨੀ, ਆਪਣੇ ਵਕੀਲ ਦੇ ਵੱਲੋਂ ਪਟੀਸ਼ਨ ਪਾਈ, ਪਰ ਰਾਜੋਆਣਾ ਦਾ ਕੋਈ ਵਕੀਲ ਹੀ ਨਹੀਂ ਸੀ। ਰਾਜੋਆਣਾ ਦਾ ਵਕੀਲ ਖੜਾ ਕੀਤਾ ਐਸਜੀਪੀਸੀ ਨੇ, ਕਿਉਂਕਿ ਐਸਜੀਪੀਸੀ ਹੀ ਬੰਦੀ ਸਿੰਘਾਂ ਦੇ ਕੇਸ ਲੜ ਰਹੀ ਹੈ। ਬੰਦੀ ਸਿੰਘਾਂ ਦੇ ਸਾਰੇ ਖਰਚੇ
ਕੇਸਾਂ ਦੇ ਖਰਚੇ ਨੇ ਜਿਹੜੇ ਉਹ ਐਸਜੀਪੀਸੀ ਦੇ ਵੱਲੋਂ ਹੀ ਚੁੱਕੇ ਜਾਂਦੇ ਨੇ। ਤੇ ਇਸ ਮੀਟਿੰਗ ਦੇ ਵਿੱਚ ਵੀ ਇਹ ਵੱਡਾ ਫੈਸਲਾ ਲਿਆ ਜਾਣਾ ਸੀ ਕਿ ਰਹਿਮ ਦੀ ਪਟੀਸ਼ਨ ਵਾਪਸ ਲਈ ਜਾਵੇ ਜਾਂ ਫਿਰ ਕੋਈ ਹੋਰ ਰਾਸਤਾ ਜਿਹੜਾ ਬਣਾਇਆ ਜਾਵੇ। ਪਰ ਇਸ ਮੀਟਿੰਗ ਦੇ ਵਿੱਚ ਤਾਂ ਇਹ ਵਿਚਾਰਿਆ ਹੀ ਨਹੀਂ ਗਿਆ ਮਸਲਾ, ਇਹ ਮਸਲਾ ਹੀ ਪਿਛੜ ਗਿਆ। ਇਸ ਮੀਟਿੰਗ ਦੇ ਵਿੱਚ ਸਿਆਸਤ ਨਾਲ ਜੁੜੇ ਹੋਏ ਮਸਲੇ ਭਾਰੂ ਰਹੇ, ਪਰ ਬੰਦੀ ਸਿੰਘਾਂ ਨਾਲ ਜੁੜਿਆ ਹੋਇਆ ਮਸਲਾ ਪਿਛੜ ਗਿਆ ਕਿ ਪੰਜਾਬ ਦੀ ਸਿਆਸਤ ਪੰਥ ਤੇ ਇੰਨੀ ਭਾਰੂ ਪੈ ਗਈ ਕਿ ਜਿਨ੍ਹਾਂ ਨੂੰ ਜਿਉਂਦੇ ਸ਼ਹੀਦ ਆਖਿਆ ਉਹਨਾਂ ਦਾ ਮਸਲਾ ਵੀ ਇਸ ਮੀਟਿੰਗ ਦੇ ਵਿੱਚ ਵਿਚਾਰਿਆ ਨਹੀਂ ਗਿਆ। ਹਾਲਾਂਕਿ ਸੁਪਰੀਮ ਕੋਰਟ ਨੇ ਸਖਤੀ ਵਿਖਾਈ ਹੈ ਕਿ ਫਾਂਸੀ ਭਾਈ ਤੁਸੀਂ ਕਿਉਂ ਨਹੀਂ ਦਿੰਦੇ, ਦੇਰੀ ਕਿਉਂ ਹੋ ਰਹੀ ਹੈ। ਤਾਂ ਕੀ ਸੁਪਰੀਮ ਕੋਰਟ ਤੱਕ ਜਵਾਬ ਜਲਦ ਨਹੀਂ ਪਹੁੰਚਣਾ ਚਾਹੀਦਾ ਸੀ? ਇਸ ਤਰ੍ਹਾਂ ਦੀ ਦੇਰੀ ਦਾ ਆਖਰਕਾਰ ਮਕਸਦ ਕੀ ਹੈ? ਕੀ ਧਾਮੀ ਦਾ ਮੀਟਿੰਗ ਦੇ ਵਿੱਚ ਹੀ ਸ਼ਾਮਲ ਹੋਣਾ ਜ਼ਰੂਰੀ ਸੀ? ਕੋਈ ਡਿਸਕਸ਼ਨ ਫੋਨ ਤੇ ਵੀ ਕੀਤੀ ਜਾ ਸਕਦੀ ਸੀ ਜੇਕਰ ਧਾਮੀ ਸਾਹਿਬ ਵਿਦੇਸ਼ ਦੇ ਵਿੱਚ ਨੇ? ਕਿ ਬੰਦੀ ਸਿੰਘਾਂ ਲਈ ਇੰਨਾ ਸਮਾਂ ਨਹੀਂ ਹੈ ਕਿ ਉਹਨਾਂ ਦੇ ਲਈ ਡਿਸਕਸ ਕੀਤਾ ਜਾ ਸਕਦਾ? ਉਹਨਾਂ ਲਈ ਕੋਈ ਫੈਸਲਾ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਦੇ ਵਿੱਚ ਲਿਆ ਜਾ ਸਕਦਾ ਕਿ ਸਮੇਂ ਦੇ ਨਾਲ ਨਾਲ ਪੰਥ ਬਹੁਤ ਸਾਰੀਆਂ ਚੀਜ਼ਾਂ ਭੁੱਲ ਗਿਆ ਹੈ। ਇੱਕ ਪਾਸੇ ਉਹ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਕਈ ਸਾਲ ਜੇਲ੍ਹ ਦੇ ਵਿੱਚ ਨੇ, ਪੂਰੀ ਸਜ਼ਾ ਇਸ ਨੂੰ ਕਹਿ ਸਕਦੇ ਹਾਂ ਕਿ ਕੱਟ ਲਈ, ਫਿਰ ਵੀ ਉਹਨਾਂ ਤੇ ਫਾਂਸੀ ਦੀ ਤਲਵਾਰ ਲਟਕ ਰਹੀ ਹੈ। ਕੀ ਇਹ ਮਨੁੱਖੀ ਅਧਿਕਾਰਾਂ ਦੀ ਹੱਤਿਆ ਨਹੀਂ ਹੈ? ਕੀ ਇਹ ਬਲਵੰਤ ਸਿੰਘ ਰਾਜੋਆਣਾ ਦੀ ਮਾਨਸਿਕ ਤੌਰ ਤੇ ਹੱਤਿਆ ਨਹੀਂ ਹੈ? ਅਕਸਰ ਅਜਿਹਾ ਹੁੰਦਾ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਖਤਮ ਕਰਨਾ ਹੋਵੇ ਤਾਂ ਉਸਨੂੰ ਮਾਨਸਿਕ ਤੌਰ ਤੇ ਟੌਰਚਰ ਕਰਨਾ ਸ਼ੁਰੂ ਕਰ। ਇਹ ਅਜਿਹਾ ਨਹੀਂ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਮਾਨਸਿਕ ਤੌਰ ਤੇ ਟੌਰਚਰ ਕੀਤਾ ਜਾ ਰਿਹਾ ਹੈ, ਉਸਦੇ ਕੇਸ ਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ। ਇਹ ਤੁਸੀਂ ਹੁਣ ਦੱਸਣਾ ਹੈ। ਸਾਡੇ ਸਵਾਲ ਆਪਣੇ ਤੇ ਵੀ ਨੇ ਕਿ ਜਿਸ ਰਾਜੋਆਣਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਖੁਦ ਜ਼ਿੰਦਾ ਸ਼ਹੀਦ ਦੀ ਉਪਾਧੀ ਦਿੱਤੀ, ਅੱਜ ਉਸੇ ਰਾਜੋਆਣੇ ਦੇ ਮੁੱਦੇ ਨੂੰ ਸਿੰਘ ਸਾਹਿਬਾਨਾਂ ਦੀ ਮੀਟਿੰਗ 'ਚ ਪਿੱਛੇ ਧੱਕਿਆ ਗਿਆ ਕਿ ਸਾਡੀਆਂ ਧਾਰਮਿਕ ਜਥੇਬੰਦੀਆਂ ਕੋਲ ਆਪਣੇ ਹੀ ਯੋਧਿਆਂ ਦੇ ਲਈ ਸਮਾਂ ਖਤਮ ਹੋ ਗਿਆ ਹੈ, ਕਿ ਆਪਣੇ ਹੀ ਯੋਧਿਆਂ ਦੇ ਲਈ ਸਾਡੀਆਂ ਧਾਰਮਿਕ ਜਥੇਬੰਦੀਆਂ ਦੇ ਕੋਲ ਸਮਾਂ ਨਹੀਂ ਹੈ। ਇੱਕ ਕੈਦੀ ਜੋ ਜੇਲ੍ਹ 'ਚ ਚੀਖ ਕੇ ਕਹਿ ਰਿਹਾ ਹੈ ਕਿ ਉਸਨੂੰ ਕੋਈ ਰਹਿਮ ਦੀ ਭੀਖ ਨਹੀਂ ਚਾਹੀਦੀ, ਮੇਰੀ ਪਟੀਸ਼ਨ ਵਾਪਸ ਲਵੋ ਤਾਂ ਜੋ ਮੇਰਾ ਫੈਸਲਾ ਹੋ ਸਕੇ। ਉਸਦੀ ਬੇਵਸੀ ਤੇ ਆਖਰਕਾਰ ਸਾਡੀ ਲੀਡਰਸ਼ਿਪ ਚੁੱਪ ਕਿਉਂ ਹੈ? ਇਹ ਸਵਾਲ ਖੜਾ ਹੁੰਦਾ ਹੈ। ਚੁੱਪ ਤੇ ਸਵਾਲ ਨੇ, ਕਿਉਂਕਿ ਇੰਨੇ ਸਾਲ ਹੋ ਗਏ ਨੇ। ਆਖਰਕਾਰ ਐਸਜੀਪੀਸੀ ਸਾਬਤ ਕੀ ਕਰਨਾ ਚਾਹੁੰਦੀ ਹੈ? ਕਿ ਰਾਜੋਆਣਾ ਦਾ ਮਾਮਲਾ ਸਿਰਫ ਵੋਟਾਂ ਤੇ ਸਿਆਸੀ ਰੋਟੀਆਂ ਸੇਕਣ ਦਾ ਹੀ ਸਾਧਨ ਬਣ ਕੇ ਰਹਿ ਗਿਆ ਹੈ, ਜਿਸ ਨੂੰ ਚੋਣਾਂ ਵੇਲੇ ਯਾਦ ਕੀਤਾ ਜਾਂਦਾ ਤੇ ਮੀਟਿੰਗਾਂ 'ਚ ਪਿੱਛੇ ਛੱਡ ਦਿੱਤਾ ਜਾਂਦਾ ਹੈ। ਕਿ ਬੰਦੀ ਸਿੰਘਾਂ ਦੇ ਮੁੱਦੇ ਸਿਰਫ ਚੋਣਾਂ ਤੱਕ ਹੀ ਸੀਮਤ ਨਹੀਂ, ਕਿ ਚੋਣਾਂ ਦੇ ਵੇਲੇ ਉਹਨਾਂ ਦੇ ਨਾਮ ਤੇ ਵੋਟਾਂ ਮੰਗੋ, ਸਿਆਸੀ ਰੋਟੀਆਂ ਸੇਕੋ, ਵੋਟਾਂ ਲਓ, ਜਿੱਤ ਜਾਓ, ਬਾਅਦ ਵਿੱਚ ਪੁੱਛੋ ਹੀ ਨਾ। ਕੀ ਪੰਜਾਬ ਵਿਧਾਨ ਸਭਾ ਦੇ ਵਿੱਚ ਅਜਿਹਾ ਪ੍ਰਸਤਾਵ ਪਾਸ ਨਹੀਂ ਕੀਤਾ ਜਾ ਸਕਦਾ ਜਿਵੇਂ ਰਾਜੀਵ ਗਾਂਧੀ ਹੱਤਿਆ ਕਾਂਡ ਦੇ ਲਈ ਕਿਸੇ ਦੂਸਰੇ ਸੂਬੇ ਦੀ ਵਿਧਾਨ ਸਭਾ ਦੇ ਵੱਲੋਂ ਕੀਤਾ ਗਿਆ ਸੀ? ਕਿਉਂ ਅਜਿਹੀਆਂ ਚੀਜ਼ਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੰਨਾ ਉਲਝ ਗਿਆ ਹੈ ਕਿ ਕਦੇ ਸੁਲਝੇਗਾ ਹੀ ਨਹੀਂ। ਦਰਸ਼ਕ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਸਰ? ਮੈਂ ਦੇਵ ਸਿੰਘ ਬੋਲ ਰਿਹਾ ਨਿਊਯਾਰਕ ਤੋਂ। ਹਾਂਜੀ ਸਰ, ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਟੌਪਿਕ ਤੇ? ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਵੀ ਹੋ ਰਿਹਾ ਪੋਲੀਟੀਸ਼ਨ ਹੋ ਰਹੀ, ਹੁਣ ਇਹਨਾਂ ਦਾ ਕਿਹੜਾ ਮਾਫੀ ਮੰਗੋ, ਇਹ ਸਿਰਫ ਨੀਵਾਂ ਦਿਖਾਉਣਾ ਚਾਹੁੰਦੇ ਸਿੱਖ ਕੌਮ ਨੂੰ। ਜੋ ਉਹਨਾਂ ਦੀ ਸਜ਼ਾ ਵੀ ਉਹਨੇ ਪੂਰੀ ਕਰ ਲਈ ਹੈ, ਇਹਨਾਂ ਨੂੰ ਛੱਡਣਾ ਚਾਹੀਦਾ ਜੀ। ਬਾਕੀ ਜੋ ਵੀ ਆਪਣੀ ਪੋਲੀਟੀਕਲ ਆਪਣਾ ਜਿੰਨੀਆਂ ਵੀ ਪਾਰਟੀਆਂ ਨੇ, ਕਿ ਅਕਾਲੀ ਦਲ ਹੈ, ਕਾਂਗਰਸ ਹੈ, ਆਮ ਪਾਰਟੀ ਹੈ, ਇਹਨਾਂ ਨੂੰ ਸਿਰਫ ਵੋਟਾਂ ਦਾ ਮਤਲਬ ਹੈ, ਇਹਨਾਂ ਨੂੰ ਕਿਸੇ ਬੰਦੀ ਸਿੰਘ ਦਾ ਮਤਲਬ ਕੋਈ ਨਹੀਂ ਹੈਗਾ ਤਿੰਨਾਂ ਪਾਰਟੀਆਂ ਨੂੰ, ਨਾ ਬੀਜੇਪੀ ਨੂੰ। ਬੀਜੇਪੀ ਦੇ ਹੈ ਹੀ ਆਪਣੇ ਵਰਖਲਾ ਵਿੱਚ। ਬਿਲਕੁਲ, ਇਹਨਾਂ ਨੂੰ ਸਿਰਫ ਆਪਣੀ ਵੋਟਾਂ ਨਾਲ ਵੀ ਸਾਡੀ ਆਪਣਾ ਪਾਰਟੀ ਆਵੇ, ਅਸੀਂ ਜੋ ਕੁਛ ਮਰਜ਼ੀ ਕਰੀਏ। ਹੁਣ ਜਿਹਨੇ ਕੋਈ ਵੀ ਗੁਨਾਹ ਕੀਤਾ, ਆਪਣੀ ਸਜ਼ਾ ਭੁਗਤ ਲਈ ਹੈ, ਫਿਰ ਉਹਨੂੰ ਮਾਫੀ ਮੰਗਣ ਦਾ ਮਤਲਬ ਕੀ ਹੈ? ਬਿਲਕੁਲ, ਆਪਣੀ ਉਹਨੇ ਸਜ਼ਾ ਭੁਗਤ ਲਈ ਹੈ, ਉਹ ਤੋਂ ਜੇ 14 ਸਾਲ ਉਹਨੂੰ 28 ਸਾਲ ਹੋ ਗਈ,
28 ਸਾਲ ਤੋਂ ਵੀ ਜ਼ਿਆਦਾ ਹੋ ਗਈ, ਫਿਰ ਉਹ ਅੰਦਰ ਰੱਖਣ ਦਾ ਮਤਲਬ ਕੀ? ਬਿਲਕੁਲ। ਇਹ ਸਭ ਜਿਹੜੀ ਸਟੇਟ ਗੌਰਮੈਂਟ ਤੇ ਜਾਂ ਜੋ ਆਪਣੀ ਪੰਜਾਬ ਦੀ ਗੌਰਮੈਂਟ ਹੈ, ਇਹ ਸਿਰਫ ਆਪਸ ਵਿੱਚ ਰਲ ਕੇ ਜੋ ਵੀ ਕਰ ਰਹੇ ਨੇ, ਦੋਵੇਂ ਪਾਰਟੀਆਂ ਰਲ ਕੇ ਕਰ ਰਹੀਆਂ। ਤੇ ਜੇਕਰ ਆਪਾਂ ਐਸਜੀਪੀਸੀ ਦੀ ਗੱਲ ਕਰੀਏ, ਐਸਜੀਪੀਸੀ ਨੂੰ ਇਸ ਤੇ ਕੀ ਸਟੈਂਡ ਲੈਣਾ ਚਾਹੀਦਾ ਹੈ? ਕਿਉਂਕਿ ਰਾਜੋਰਾ ਸਾਹਿਬ ਕਹਿ ਚੁੱਕੇ ਨੇ ਕਿ ਮਰਸੀ ਪਟੀਸ਼ਨ ਵਾਪਸ ਲਈ ਜਾਵੇ ਤਾਂ ਜੋ ਉਹਨਾਂ ਦੇ ਕੇਸ ਦਾ ਫੈਸਲਾ ਹੋਵੇ। ਉਹ ਭਾਵੇਂ ਲੈ ਵੀ ਲੈਣਗੇ ਵਾਪਸ, ਜੋ ਉਹਨਾਂ ਨੇ, ਜੋ ਸਟੇਟ ਗੌਰਮੈਂਟ ਹੈ, ਜੋ ਵੀ ਉਹਨਾਂ ਨੇ ਕਰਨਾ ਆਪਣੀ ਮਰਜ਼ੀ ਕਰਨੀ ਹੈ। ਜਾਂ ਦੇ ਸਿੱਖ ਕੌਮ ਜਿਹੜੀ ਪੂਰੀ ਇਕੱਠੀ ਹੋਵੇ ਤੇ ਇਕੱਠੀ ਹੋ ਕੇ ਇੱਕ ਫੈਸਲਾ ਲਵੇ। ਹੁਣ ਆਪਣੀ ਜਿਹੜੀ ਸਿੱਖ ਕੌਮ ਹੈ, ਸਾਰੇ ਧੜੇ ਵੱਖਰੇ ਵੱਖਰੇ ਨੇ, ਉਹ ਆਪਣੀ ਕੁਰਸੀ ਨੂੰ ਭਾਲਦੇ ਨੇ, ਉਹਨਾਂ ਨੂੰ ਕਿਸੇ ਮਤਲਬ ਨਹੀਂ ਹੈਗਾ ਰਾਜੋਆਨ ਨਾਲ ਜਾਂ ਹੋਰ ਕਿਸੇ ਵੀ ਆਪਣਾ ਜੋ ਵੀ ਆਪਣੇ ਜਥੇਦਾਰ ਆਪਣਾ ਅੰਦਰ ਹੋਏ ਨੇ, ਉਹਨਾਂ ਨੂੰ ਕੋਈ ਮਤਲਬ ਨਹੀਂ ਕਿਹਾ, ਉਹਨਾਂ ਨੂੰ ਕੁਰਸੀ ਨਾਲ ਮਤਲਬ ਹੈ। ਭਾਵੇਂ ਚਾਰੇ ਪਾਰਟੀਆਂ ਨੇ, ਤੇ ਕੋਈ ਵੀ ਪਾਰਟੀ ਇਹਨਾਂ ਨੂੰ ਬਾਹਰ ਕਢਾਉਣ ਦੇ ਹੱਕ ਦੇ ਵਿੱਚ ਨਹੀਂ ਹੈਗੀਆਂ। ਵੋਟਾਂ ਦੇ ਵੇਲੇ ਕੀ ਸਿਰਫ ਅਕਾਲੀ ਦਲ ਪਾਰਟੀ ਇਹਨਾਂ ਨੂੰ ਕਢਾ ਸਕਦੀ ਸੀ। ਅਕਾਲੀ ਦਲ ਪਾਰਟੀ ਵਿੱਚ ਬਹੁਤ ਪਾਵਰ ਸੀ ਆਪਣੀ ਵੀ, ਜਿਵੇਂ ਕਿ ਵੀ ਆਪਣੀ ਉਹ ਰਹੇ ਨੇ ਆਪਣੀ ਹਕੂਮਤ ਦੇ ਵਿੱਚ, ਉਹ ਜੋ ਮਰਜ਼ੀ ਕਰਾ ਸਕਦੇ ਬੀਜੇਪੀ ਨੂੰ, ਪਰ ਉਹਨਾਂ ਨੇ ਨਹੀਂ ਕਰਾਇਆ। ਸਹੀ ਆਪਣਾ ਹੀ ਸੋਚੇ, ਆਪਣੇ ਹੋਈ ਹੈ ਵੀ ਇਹ ਚਾਰੇ ਪਾਰਟੀਆਂ ਗਲਤ ਨੇ। ਤੇ ਜੇਕਰ ਆਪਾਂ ਸਰਕਾਰ ਵੋਟਰਾਂ ਮਤਲਬ ਹੈ ਆਪਣੀ ਕੁਰਸੀ ਦਾ ਮਤਲਬ ਹੈ। ਕੋਈ ਮਰਦਾ ਮਰੀ ਜਾਵੇ, ਕੋਈ ਜੀਂਦਾ ਜੀਵੀ ਜਾਵੇ, ਇਹਨਾਂ ਨੂੰ ਕੋਈ ਮਤਲਬ ਨਹੀਂ। ਹੁਣ ਆਪ ਪਾਰਟੀ ਆਈ ਸੀ, ਸਾਰੇ ਬੰਦੇ ਨੇ ਭਰੋਸਾ ਕੀਤਾ ਇਹ ਇਨਸਾਫ ਕਰਨਗੇ, ਪਰ ਇਹ ਸਾਰਿਆਂ ਤੋਂ ਮਾੜੇ ਹੋ ਨਿਕਲੇ ਨੇ। ਇਸੇ ਤਰ੍ਹਾਂ ਕਹਿੰਦੇ ਨੇ ਕਿ ਦੇਸ਼ ਦੇ ਵਿੱਚ ਦੋ ਸੰਵਿਧਾਨ ਨੇ। ਬਲੇਮ ਕਰਦੇ ਨੇ ਦੂਸਰੀਆਂ ਪਾਰਟੀਆਂ ਨੂੰ। ਰਾਜੀਵ ਗਾਂਧੀ ਦੇ ਕਾਤਲਾਂ ਨੂੰ ਬਖਸ਼ ਦਿੱਤਾ ਗਿਆ। ਅਸੀਂ ਤਾਂ ਤੁਹਾਨੂੰ ਤਾਂ ਹੀ ਲਿਆਂਦਾ ਵੀ ਉਹ ਦੂਸਰੇ ਗਲਤ ਸੀ, ਵੀ ਤੁਹਾਨੂੰ ਸਹੀ ਸੀ, ਤੁਸੀਂ ਤੁਹਾਨੂੰ ਤਾਂ ਲਿਆਂਦਾ ਸੀ। ਜੇ ਉਹ ਤਿੰਨ ਗਲਤ ਪਾਰਟੀਆਂ ਸੀ, ਚੌਥੀ ਨੂੰ ਤਾਂ ਹੀ ਲਿਆਂਦਾ ਵੀ ਤੁਸੀਂ ਸਹੀ ਸੀ। ਜੇ ਸਹੀ ਗੱਲ ਉਹਨਾਂ ਦੇ ਰਸਤੇ ਚੱਲਦੇ ਹੋ ਤਾਂ ਤੁਸੀਂ ਵੀ ਗਲਤ ਹੋ। ਇਹ ਵੀ ਲੋਕ ਕਹਿੰਦੇ ਨੇ ਸਭ ਕੇ ਦੋ ਕਾਨੂੰਨ ਦੇਸ਼ ਦੇ ਵਿੱਚ ਚੱਲ ਰਹੇ ਨੇ। ਰਾਜੀਵ ਗਾਂਧੀ ਦੇ ਕਾਤਲਾਂ ਨੂੰ ਬਖਸ਼ ਦਿੱਤਾ ਗਿਆ, ਪਰ ਬੇਅੰਤ ਸਿੰਘ ਦੇ ਕਾਤਲਾਂ ਨੂੰ ਨਹੀਂ ਬਖਸ਼ਿਆ ਗਿਆ। ਜਿਸ ਤਰ੍ਹਾਂ ਕਹਿੰਦੇ ਨੇ ਕਿ ਰਾਜੀਵ ਗਾਂਧੀ ਦੇ ਜਿਹੜੇ ਕਾਤਲ ਸੀ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ ਹੋ ਗਈ, ਕਿਉਂਕਿ ਉਸ ਸਟੇਟ ਦੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਗਿਆ ਸੀ। ਤੇ ਸਾਡੇ ਜਿਹੜੇ ਪੰਜਾਬ ਦੇ ਬੰਦੀ ਸਿੰਘ ਨੇ, ਉਹਨਾਂ ਨੂੰ ਲੈ ਕੇ ਹਲੇ ਤੱਕ ਕਦੇ ਵੀ ਵਿਧਾਨ ਸਭਾ 'ਚ ਕੋਈ ਮਤਾ ਪਾਸ ਨਹੀਂ ਹੋਇਆ। ਔਰ ਲੋਕ ਕਹਿੰਦੇ ਨੇ ਕਿ ਦੇਸ਼ ਦੇ ਵਿੱਚ ਦੋ ਕਾਨੂੰਨ ਨੇ ਜੀ, ਮੁੱਖ ਮੰਤਰੀ ਦੇ ਕਾਤਲਾਂ ਨੂੰ ਤਾਂ ਬਖਸ਼ਿਆ ਨਹੀਂ ਗਿਆ, ਪ੍ਰਧਾਨ ਮੰਤਰੀ ਦੇ ਕਾਤਲਾਂ ਦੀ ਫਾਂਸੀ ਦੀ ਸਜ਼ਾ ਮਾਫ ਹੋ ਗਈ। ਉਹ ਪੰਜਾਬ ਸਰਕਾਰ ਸੀ ਜੋ ਵੀ ਆਪਣੀ ਮਤਾ ਪਾਸ ਕਰ ਸਕਦੀ ਸੀ। ਇਹ ਬੰਦੀ ਸਿੰਘਾਂ ਨੂੰ ਛਡਾ ਵੀ ਸਕਦੇ ਸੀ। ਪਹਿਲਾਂ ਅਕਾਲੀ ਦਲ ਵੀ ਛਡਾ ਸਕਦਾ ਸੀ, ਚਲੋ ਕਾਂਗਰਸ ਤੇ ਸਾਡੀ ਦੁਸ਼ਮਣ ਹੈ, ਪਰ ਇਹ ਦੋ ਪਾਰਟੀਆਂ ਸਾਡੀਆਂ ਲਿਆਤੀ ਨੇ। ਜੋ ਅਕਾਲੀ ਦਲ ਨੇ ਗਲਤੀ ਕੀਤੀ ਹੈ ਉਹ ਸਜ਼ਾ ਭੁਗਤ ਰਹੇ ਨੇ, ਪਰ ਇਹ ਪਾਰਟੀ ਤਾਂ ਹੀ ਨਹੀਂ ਸਾਡੀ ਆਪਣਾ ਮਦਦ ਕਰੇ, ਪਰ ਇਹ ਵੀ ਪਾਰਟੀ ਦੇ ਆਪਣਾ ਉਦਾਂ ਵੀ ਚੱਲ ਰਹੇ ਨੇ। ਇਹ ਆਪਣਾ ਜੋ ਵੀ ਜਥੇਦਾਰ ਬਣਾਇਆ ਸੀ ਆਪਾਂ, ਉਹਨੂੰ ਆਖਿਆ ਪੰਜਾਬ 'ਚ ਲਿਆਓ, ਪਰ ਇਹਨਾਂ ਨੇ ਕੋਈ ਕਿਸੇ ਬੰਦੇ ਦੀ ਸੁਣੀ ਨਹੀਂ। ਹੁਣ 3 ਸਾਲ ਤੋਂ ਜ਼ਿਆਦਾ ਹੋ ਗਏ ਨੇ, ਚੰਡੀਗੜ੍ਹ 'ਚ ਲੱਗਿਆ ਮੋਰਚਾ, ਇਹਨਾਂ ਨੇ ਕਿਸੇ ਦੀ ਸੁਣੀ ਨਹੀਂ ਸੁਣੀ। ਹੁਣ ਭਗਵੰਤ ਮਾਨ ਸਾਹਿਬ ਇਹ ਨਹੀਂ ਕਹਿੰਦੇ ਵੀ ਗਲਤ ਬੰਦਾ ਹੈ, ਹੋਏਗਾ ਸਹੀ ਬੰਦਾ, ਪਰ ਇਹ ਕਹਿੰਦਾ ਦਿੱਲੀ ਦੇ ਕਹਿਣ ਤੇ ਸਹੀ ਗੱਲ। ਇਹਨੂੰ ਆਪਣੀ ਕੁਰਸੀ ਦਾ ਮਤਲਬ ਹੈ, ਕੋਈ ਕਿਸੇ ਚੀਜ਼ ਦਾ ਮਤਲਬ ਨਹੀਂ ਹੈਗਾ। ਕਹਿੰਦੇ ਨੇ ਕਿ ਹੁਣ ਜਿਹੜੀ ਮੀਟਿੰਗ ਹੋਈ, ਜਿਹੜੀ ਮੀਟਿੰਗ ਪੰਜ ਸਿੰਘ ਸਾਹਿਬਾਨਾਂ ਦੀ ਹੋਈ, ਉਸ ਦੇ ਵਿੱਚ ਆਖਿਆ ਗਿਆ ਕਿ ਧਾਮੀ ਸਾਹਿਬ ਨਹੀਂ ਸਨ,
इसलिए मसला नहीं बचाया गया। पर सवाल ये है कि एक पासे ਤਾਂ ਸਿਉਂਦਾ ਸ਼ਹੀਦ ਦਾ ਉਹਨਾਂ ਨੂੰ ਖਿਤਾਬ ਦਿੱਤਾ ਗਿਆ, ਦੂਜੇ ਪਾਸੇ ਉਹਨਾਂ ਦੇ ਲਈ ਹੀ ਚਰਚਾ ਕਰਨ ਦੇ ਲਈ ਸਮਾਂ ਨਹੀਂ ਬਚਦਾ ਜਾਂ ਧਾਮੀ ਸਾਹਿਬ ਮੌਜੂਦ ਹੀ ਨਹੀਂ ਹੁੰਦੇ। ਚਲੋ ਠੀਕ, ਇੱਕ ਬੰਦਾ ਇੱਕ ਆਦਮੀ ਨਹੀਂ ਹੈਗਾ, ਬਾਕੀ ਆਦਮੀ ਤਾਂ ਉੱਥੇ ਹੀ ਨੇ, ਪ੍ਰਧਾਨ ਨਹੀਂ ਹੈਗਾ ਤੇ ਮੈਂਬਰ ਵੀ ਉੱਥੇ ਹੀ ਨੇ, ਉਹ ਮੈਂਬਰ ਵੀ ਡਿਸੀਜਨ ਲੈ ਸਕਦੇ ਨੇ। ਬਿਲਕੁਲ ਸਹੀ। ਇਹਦਾ ਮਤਲਬ ਇਹ ਨਹੀਂ ਇੱਕ ਆਦਮੀ ਨਹੀਂ ਹੈਗਾ ਦੂਸਰੇ ਬੰਦੇ ਡਿਸੀਜਨ ਲੈ ਸਕਦੇ, ਉਹ ਲੈ ਸਕਦੇ ਨੇ, ਉਹਨੂੰ ਲੈ ਸਕਦੇ ਡਿਸੀਜਨ। ਠੀਕ ਹੈ ਸਰ, ਠੀਕ ਹੈ, ਬਹੁਤ ਸ਼ੁਕਰੀਆ ਸਰ। ਜਿੰਨੀਆਂ ਵੀ ਆਪਣਾ ਪੋਲੀਟੀਸ਼ਨ ਆਪਣਾ ਹੈਗੇ ਨੇ ਆਪਣਾ ਪੋਲੀਟੀਸ਼ਨ ਬਣਦੇ ਨੇ, ਇਹ ਸਿਰਫ ਨਜਾਇਜ਼ ਫਾਇਦਾ ਉਠਾ ਰਹੇ ਨੇ ਆਪਣੀ ਪੰਜਾਬੀ ਕੌਮ ਦਾ। ਇਹਨਾਂ ਨੂੰ ਕੋਈ ਮਤਲਬ ਨਹੀਂ ਕਿਸੇ ਨਾਲ, ਇਹਨਾਂ ਨੂੰ ਸਿਰਫ ਆਪਣੀ ਕੁਰਸੀ ਦਾ ਮਤਲਬ ਹੈ। ਤੁਸੀਂ ਜੇਲ੍ਹ 'ਚ ਜਾਓ, ਤੁਸੀਂ ਨਸ਼ਾ ਕਰੋ, ਤੁਸੀਂ ਜੋ ਮਰਜ਼ੀ ਕਰੀ ਜਾਓ, ਇਹਨਾਂ ਨੂੰ ਸਿਰਫ ਆਪਣੀ ਕੁਰਸੀ ਦਾ ਮਤਲਬ ਹੈ। ਚਾਰਾਂ ਪਾਰਟੀਆਂ ਨੂੰ ਅਸੀਂ ਕਿਸੇ ਨੂੰ ਵੀ ਆਪਣਾ ਦਿੰਦੇ ਨਹੀਂ ਹੈਗੇ ਨੋਟਿਸ ਵੀ ਤੁਸੀਂ ਸਹੀ ਹੋ, ਤੁਸੀਂ ਸਹੀ ਹੋ, ਤੁਸੀਂ ਸਹੀ ਹੋ। ਇਹਨਾਂ ਨੂੰ ਸਿਰਫ ਕੁਰਸੀ ਦਾ ਮਤਲਬ ਹੈ। ਜੀ ਬਿਲਕੁਲ। ਭਗਵੰਤ ਮਾਨ ਤੂੰ ਹਰੇਕ ਬੰਦੇ ਨੂੰ ਆਸ ਸੀ, ਸਪੈਸ਼ਲ ਜਿਹੜੇ ਫੋਰਨ ਕੰਟਰੀ 'ਚ ਰਹਿ ਰਹੇ ਨੇ, ਅਮਰੀਕਾ, ਜੋ ਵੀ ਆਪਣਾ ਕੈਨੇਡਾ, ਵੀ ਇਹ ਆਦਮੀ ਸਹੀ ਹੋਏਗਾ, ਪਰ ਇਹ ਸਭ ਤੋਂ ਗਲਤ ਬੰਦਾ ਸਾਬਤ ਹੋ ਗਿਆ। ਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ ਤੇ ਮੁੱਦਾ ਮੁਸਲਸਲ ਜਾਰੀ ਹੈ। ਸਾਡਾ ਪ੍ਰੋਗਰਾਮ ਇਸ ਵੇਲੇ ਲਾਈਵ ਹੈ। ਸਾਡੇ ਨੰਬਰਸ ਤੁਹਾਡੀ ਜਿਹੜੀ ਸਕਰੀਨ ਦੇ ਉੱਪਰ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰਾਂ ਤੇ ਕਾਲ ਕਰਕੇ ਕਿਸੇ ਵੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਪ੍ਰੋਗਰਾਮ ਦੀ ਕਿਤੇ ਰਾਏ ਤੁਸੀਂ ਸ਼ੁਮਾਰ ਕਰ ਸਕਦੇ ਹੋ। ਰਾਜੋੜਾ ਦਾ ਇੰਤਜ਼ਾਰ ਕਰ ਰਹੀ ਦੀ ਸਰਕਾਰ, ਰਾਜੋੜਾ ਇੰਤਜ਼ਾਰ ਕਰ ਰਹੇ ਰਿਸ਼ਨ ਤੇ ਅਪੀਲ ਐਸਜੀਪੀਸੀ ਕੀ ਦਲੀਲ, ਕਿਉਂਕਿ ਰਾਜੋੜਾ ਨੇ ਆਖਿਆ ਹੈ ਕਿ ਰਹਿਮ ਪਟੀਸ਼ਨ ਵਾਪਸ ਲਈ ਜਾਵੇ। ਪ੍ਰਧਾਨ ਧਾਮੀ ਦੇਸ਼ ਤੋਂ ਬਾਹਰ ਕੀ ਕਹਿੰਦੇ ਨੇ ਮਾਹਿਰ, ਤਾਂ ਇਸ ਨੂੰ ਲੈ ਕੇ ਮਾਹਿਰਾਂ ਦਾ ਕੀ ਕਹਿਣਾ ਹੈ ਕਿ ਜੇਕਰ ਪ੍ਰਧਾਨ ਬਾਹਰ ਨਹੀਂ ਤਾਂ ਕਿਸੇ ਹੋਰ ਦੇ ਨਾਲ ਗੱਲਬਾਤ ਨਹੀਂ ਕੀਤੀ ਜਾ ਸਕਦੀ। ਮਾਮਲਾ ਕਤਲ ਨਾਲ ਸੰਬੰਧਿਤ ਕਿਉਂ ਇੰਨਾ ਲੰਬਿਤ, ਕਿਉਂਕਿ ਸਜ਼ਾ ਬਲਵੰਤ ਸਿੰਘ ਰਾਜੋੜਾ ਆਪਣੀ ਪੂਰੀ ਕਰ ਚੁੱਕੇ ਨੇ, ਪਰ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲ੍ਹ ਦੇ ਵਿੱਚ ਹੀ ਨੇ। ਇਸੇ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਕਿ ਰਾਜੋੜਾ ਨੂੰ ਰਿਹਾਈ ਮਿਲਣੀ ਚਾਹੀਦੀ ਹੈ, ਕਿ ਰਾਜੋੜਾ ਦੀ ਮਰਸੀ ਪਟੀਸ਼ਨ ਵਾਪਸ ਲਈ ਜਾਣੀ ਚਾਹੀਦੀ ਹੈ, ਜਾਂ ਕਾਨੂੰਨੀ ਆਧਾਰ ਤੇ ਜੋ ਸਜ਼ਾ ਪੂਰੀ ਹੋ ਚੁੱਕੀ ਹੈ ਉਸ ਦੇ ਆਧਾਰ ਤੇ ਰਾਜੋੜਾ ਦੀ ਰਿਹਾਈ ਹੋ ਜਾਣੀ ਚਾਹੀਦੀ ਹੈ? ਜੇਕਰ ਅਸੀਂ ਇਸ ਪੂਰੇ ਕੇਸ ਨੂੰ ਰਾਜੀਵ ਗਾਂਧੀ ਕਤਲ ਕੇਸ ਦੇ ਨਾਲ ਕੰਪੇਅਰ ਕਰੀਏ ਤਾਂ ਉਸ ਦੇ ਵਿੱਚ ਕਈ ਵੱਖਰੇ ਪਹਿਲੂ ਸੀ, ਜਿਵੇਂ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਦੀ ਫਾਂਸੀ ਦੀ ਸਜ਼ਾ ਮਾਫ ਹੋਣ ਦੇ ਮੁੱਖ ਕਾਰਨ ਕੇਂਦਰ ਸਰਕਾਰ ਦੇ ਵੱਲੋਂ ਰਹਿਮ ਦੀ ਪਟੀਸ਼ਨ ਤੇ ਫੈਸਲਾ ਲੈਣ ਦੇ ਵਿੱਚ ਕੀਤੀ ਗਈ 11 ਸਾਲਾਂ ਦੀ ਆਸਤਾਰਨ ਦੇਰੀ ਅਤੇ ਸੋਨੀਆ ਗਾਂਧੀ ਦੀ ਮਨੁੱਖੀ ਅਪੀਲ ਸੀ। ਇਸ ਦੇ ਘਟਨਾਕ੍ਰਮ ਨੇ ਜਿਹੜੇ ਕਿਵੇਂ ਹੋਏ ਉਹ ਵੀ ਤੁਹਾਨੂੰ ਦੱਸਦੇ ਹਾਂ। ਇਸ ਮਾਮਲੇ ਦੇ ਸਭ ਤੋਂ ਪਹਿਲਾਂ ਨਲਿਨੀ ਸ਼੍ਰੀਹਰਨ ਦੀ ਫਾਂਸੀ ਦੀ ਸਜ਼ਾ ਨੂੰ ਸਾਲ 2000 ਦੇ ਵਿੱਚ ਉਮਰ ਕੈਦ ਵਿੱਚ ਬਦਲਿਆ ਗਿਆ। ਇਹ ਸੋਨੀਆ ਗਾਂਧੀ ਦੀ ਅਪੀਲ ਦੇ ਹੋਏ ਸੀ। ਰਾਜੀਵ ਗਾਂਧੀ ਦੀ ਧਰਮ ਪਤਨੀ ਸੋਨੀਆ ਗਾਂਧੀ ਨੇ ਖੁਦ ਤਾਮਿਲਨਾਡੂ ਦੇ ਰਾਜਪਾਲ ਨੂੰ ਰਹਿਮ ਦੀ ਅਪੀਲ ਭੇਜੀ। ਉਹਨਾਂ ਤਰਕ ਦਿੱਤਾ ਕਿ ਨਲਿਨੀ ਗ੍ਰਿਫਤਾਰੀ ਵੇਲੇ ਗਰਭਵਤੀ ਸੀ ਤੇ ਇੱਕ ਬੱਚੀ ਦੀ ਮਾਂ ਸੀ, ਇਸ ਲਈ ਮਾਸੂਮ ਬੱਚੇ ਨੂੰ ਅਨਾਥ ਹੋਣ ਤੋਂ ਬਚਾਉਣ ਲਈ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ ਕੀਤੀ ਜਾਵੇ। ਨਲਿਨੀ ਸ਼੍ਰੀਹਰਨ ਦੇ ਲਈ ਬੇਸ ਇਹ ਬਣਿਆ ਤੇ ਬਾਕੀ ਤਿੰਨ ਦੋਸ਼ੀ ਜਿਹੜੇ ਮੁਰਗਨ ਸੰਥਨ ਤੇ ਏਜੀ ਪਰਾਰੀ ਵਲਨ ਨੂੰ 1999 ਦੇ ਵਿੱਚ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਸੀ, ਪਰ 18 ਫਰਵਰੀ 2014 ਨੂੰ ਕੋਰਟ ਨੇ ਇਤਿਹਾਸਿਕ ਫੈਸਲਾ ਸੁਣਾਉਂਦਿਆਂ ਇਸ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ। ਰਹਿਮ ਦੀ ਪਟੀਸ਼ਨ ਦੇ ਵਿੱਚ 11 ਸਾਲ ਦੀ ਦੇਰੀ। ਇਹਨਾਂ ਤਿੰਨਾਂ ਦੋਸ਼ੀਆਂ ਨੇ ਸਾਲ 2000 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਕੋਲ ਰਹਿਮ ਦੀ ਪਟੀਸ਼ਨ ਦਾਇਰ ਕੀਤੀ ਸੀ। ਕੇਂਦਰ ਸਰਕਾਰ ਨੇ ਇਸ ਪਟੀਸ਼ਨ ਦੇ ਫੈਸਲਾ ਲੈਣ ਦੇ ਲਈ 11 ਸਾਲ ਦਾ ਲੰਬਾ ਸਮਾਂ ਲਗਾ ਦਿੱਤਾ ਅਤੇ ਸਾਲ 2011 ਦੇ ਵਿੱਚ ਇਸ ਨੂੰ ਖਾਰਜ ਕਰ ਦਿੱਤਾ ਸੀ। ਸੁਪਰੀਮ ਕੋਰਟ ਦੇ ਤਤਕਾਲੀ ਚੀਫ ਜਸਟਿਸ ਪੀ ਸਦਾ ਸ਼ਿਵਮ ਦੀ ਅਗਵਾਈ ਵਾਲੇ ਬੈਂਚ ਨੇ ਫੈਸਲਾ ਕੀਤਾ ਸੀ ਕਿ ਕਿਸੇ ਕੈਦੀ ਨੂੰ 11 ਸਾਲ ਤੱਕ ਫਾਂਸੀ ਦੇ ਸਾਏ ਹੇਠ ਰੱਖਣਾ ਅਣਮਨੁੱਖੀ ਹੈ ਅਤੇ ਉਸ ਦੀ ਭਿਅੰਕਰ ਮਾਨਸਿਕ ਹੱਤਿਆ ਦੇ ਬਰਾਬਰ ਹੈ। ਉਸ ਵੇਲੇ ਇੱਕ ਚੀਫ ਜਸਟਿਸ ਦੀ ਟਿੱਪਣੀ ਸੀ ਕਿ ਇਹ ਚੀਜ਼ਾਂ ਬਲਵੰਤ ਸਿੰਘ ਰਾਜੋਆਣਾ ਤੇ ਲਾਗੂ ਨਹੀਂ ਹਨ ਕਿ ਉਹ ਆਪਣੀ ਸਜ਼ਾ ਤੋਂ ਵੱਧ ਸਮਾਂ ਭੁਗਤ ਚੁੱਕਿਆ ਹੈ, ਪਰ ਫਿਰ ਵੀ ਉਸ ਨੂੰ ਫਾਂਸੀ ਦੇ ਸਾਏ ਹੇਠ ਰੱਖਿਆ ਗਿਆ ਹੈ। ਕਿ ਇਹ ਅਣਮਨੁੱਖੀ ਤਸ਼ੱਦਦ ਨਹੀਂ ਹੈ, ਮਾਨਸਿਕ ਹੱਤਿਆ ਨਹੀਂ ਹੈ ਰਾਜੋਆਣਾ ਦੀ। ਉਸ ਵੇਲੇ ਅਦਾਲਤ ਨੇ ਸਪਸ਼ਟ ਕੀਤਾ ਸੀ ਕਿ ਜੇਕਰ ਰਾਸ਼ਟਰਪਤੀ ਜਾਂ ਰਾਜਪਾਲ ਰਹਿਮ ਦੀ ਪਟੀਸ਼ਨ ਤੇ ਫੈਸਲਾ ਲੈਣ ਵਿੱਚ ਬਿਨਾਂ ਕਿਸੇ ਠੋਸ ਕਾਰਨ ਦੇ
ਆਸਦਾਰਨ ਦੇਰੀ ਕਰਦੇ ਨੇ ਤਾਂ ਕੈਦੀ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਿਆ ਜਾ ਸਕਦਾ ਹੈ। ਇਹ ਤਦ ਹੋਇਆ ਸੀ ਜਦੋਂ ਰਾਜੀਵ ਗਾਂਧੀ ਹੱਤਿਆ ਕੇਸ ਨਾਲ ਸੰਬੰਧਿਤ ਨਹੀਂ ਸੀ। ਹੁਣ ਫਿਰ ਤੋਂ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਤੇ ਆਉਣੇ ਆ ਜਾਂ ਬਾਕੀ ਬੰਦੀ ਸਿੰਘਾਂ ਦੀ ਗੱਲ ਕਰ ਲੈਣੇ ਆ। ਕਈ ਬੰਦੀ ਸਿੰਘਾਂ ਦੇ ਵੱਲੋਂ ਆਪਣੇ ਵਕੀਲ ਖੜੇ ਕੀਤੇ ਗਏ, ਉਹਨਾਂ ਦੇ ਵੱਲੋਂ ਰਹਿਮ ਦੀ ਪਟੀਸ਼ਨ ਪਾਈ ਗਈ, ਪਰ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਰਹਿਮ ਦੀ ਪਟੀਸ਼ਨ ਨਹੀਂ ਪਾਈ ਗਈ, ਐਸਜੀਪੀਸੀ ਦੇ ਵੱਲੋਂ ਪਾਈ ਗਈ। ਹੁਣ ਸਵਾਲ ਇਹ ਹੈ ਕਿ ਰਾਜੋਆਣਾ ਸਣੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ, ਸਜ਼ਾਵਾਂ ਸਾਰੀਆਂ ਪੂਰੀਆਂ ਕਰ ਚੁੱਕੇ ਨੇ। ਕੀ ਇਹ ਮਾਨਸਿਕ ਪੀੜਾ ਨਹੀਂ ਹੈ? ਇਹ ਮਾਨਸਿਕ ਟਾਰਚਰ ਨਹੀਂ ਹੈ ਜਿਹੜਾ ਲਗਾਤਾਰ ਉਹਨਾਂ ਨੂੰ ਫਾਂਸੀ ਦੇ ਸਾਏ ਹੇਠ ਰਹਿਣਾ ਪੈ ਰਿਹਾ ਹੈ, ਜਦ ਕਿ ਉਹ ਆਪਣੀ ਸਜ਼ਾ ਤੋਂ ਵੀ ਦੁੱਗਣਾ ਸਮਾਂ ਜੇਲ੍ਹ ਦੇ ਵਿੱਚ ਬਤੀਤ ਕਰ ਚੁੱਕੇ ਨੇ? ਕੀ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣਾ ਚਾਹੀਦਾ? ਰਾਜੋਆਣਾ ਦੀ ਗੱਲ ਕਰੀਏ ਤਾਂ ਕੀ ਐਸਜੀਪੀਸੀ ਨੂੰ ਕਿ 5 ਸਿੰਘ ਸਾਹਿਬਾਨਾਂ ਨੂੰ ਇਸ ਤੇ ਕੋਈ ਫੈਸਲਾ ਬਹੁਤ ਜਲਦ ਨਹੀਂ ਕਰਨਾ ਚਾਹੀਦਾ? ਕਿਉਂ ਇੰਨਾ ਲੰਮਾ ਸਮਾਂ ਕਿਸੇ ਫੈਸਲੇ ਤੇ ਪਾ ਰਹੇ ਨੇ? ਇਹ ਕੋਈ ਹੋਰ ਕਾਨੂੰਨ ਨਹੀਂ ਹੈ ਕਿ ਉਸ ਦੇ ਆਧਾਰ ਤੇ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦਾ ਕੇਸ ਲੜਿਆ ਜਾਂਦਾ ਹੋਵੇ? ਜਿਸ ਤਰ੍ਹਾਂ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਬਖਸ਼ਿਆ ਗਿਆ, ਉਸੇ ਆਧਾਰ ਤੇ ਕੀ ਬਲਵੰਤ ਸਿੰਘ ਰਾਜੋਆਣਾ ਨੂੰ ਨਹੀਂ ਬਖਸ਼ਿਆ ਜਾਣਾ ਚਾਹੀਦਾ? ਇਹ ਸਾਡੇ ਅੱਜ ਦੇ ਸਵਾਲ ਨੇ ਜਿਨ੍ਹਾਂ ਤੇ ਅਸੀਂ ਲਗਾਤਾਰ ਚਰਚਾ ਦੇ ਵਿੱਚ ਬਣੇ ਹੋਏ ਹਾਂ। ਬਹੁਤ ਸਾਰੇ ਲੋਕ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜ ਰਹੇ ਨੇ। ਸਾਡੇ ਹੁਣ ਤੱਕ ਜੋ ਦਰਸ਼ਕ ਜੁੜੇ, ਉਹਨਾਂ ਦਾ ਕਹਿਣਾ ਸੀ ਕਿ ਸਰਕਾਰਾਂ ਸਿਰਫ ਆਪਣਾ ਵੇਖਦੀਆਂ ਨੇ। ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਹੋ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਸੀ, ਚਾਹੇ ਅਕਾਲੀ ਦਲ ਸੀ, ਉਹਨਾਂ ਨੇ ਕਦੇ ਲੋਕਾਂ ਦਾ ਨਹੀਂ ਸੋਚਿਆ। ਸਿਰਫ ਬੰਦੀ ਸਿੰਘਾਂ ਦੇ ਨਾਮ ਤੇ ਸਿਆਸਤ ਕੀਤੀ, ਸਿਆਸੀ ਰੋਟੀਆਂ ਸੇਕੀਆਂ, ਵੋਟਾਂ ਇਕੱਠੀਆਂ ਕੀਤੀਆਂ ਤੇ ਫਿਰ ਚੱਲਦੇ ਬਣੇ ਬਾਅਦ ਵਿੱਚ ਬੰਦੀ ਸਿੰਘ ਕੌਣ ਤੇ ਅਸੀਂ ਕੌਣ। ਅਜਿਹਾ ਕੀਤਾ ਹੀ ਨਹੀਂ ਗਿਆ। ਕੇਂਦਰ ਦੇ ਵਿੱਚ ਜਿਹੜੀਆਂ ਵੀ ਸਰਕਾਰਾਂ ਰਹੀਆਂ ਉਹ ਹਾਲੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੇ ਵਿਰੋਧ ਵਿੱਚ ਰਹੀਆਂ। ਬੀਜੇਪੀ ਵੀ ਵਿਰੋਧ ਵਿੱਚ ਰਹੀ ਕਿਉਂਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਨੇ ਕਿ ਰਹਿਮ ਦੀ ਅਪੀਲ ਉਸਦੀ ਲਈ ਜਾਂਦੀ ਹੈ। ਜਿਹੜਾ ਬੰਦਾ ਕਹਿੰਦਾ ਕਿ ਉਸਨੂੰ ਗਲਤੀ ਦਾ ਅਹਿਸਾਸ ਹੈ, ਪਰ ਰਾਜੋਆਣਾ ਕਹਿੰਦੇ ਨੇ ਕਿ ਉਹਨਾਂ ਨੂੰ ਗਲਤੀ ਦਾ ਕੋਈ ਅਹਿਸਾਸ ਨਹੀਂ, ਕੋਈ ਪਛਤਾਵਾ ਨਹੀਂ, ਜੋ ਉਹਨਾਂ ਨੇ ਕੀਤਾ ਸੋ ਕੀਤਾ। ਅਜਿਹਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਦਨ ਦੇ ਵਿੱਚ ਬੋਲੇ। ਅਜਿਹਾ ਤਦ ਬੋਲੇ ਜਦੋਂ ਹਰਸਿਮਰਤ ਕੌਰ ਬਾਦਲ ਨੇ ਮੁੱਦਾ ਚੁੱਕਿਆ ਸੀ ਕਿ ਬੰਦੀ ਸਿੰਘਾਂ ਨੂੰ ਰਿਹਾ ਕਿਉਂ ਨਹੀਂ ਕਰ ਰਹੇ, ਆਪਣੀਆਂ ਸਜ਼ਾਵਾਂ ਤੋਂ ਵੱਧ ਦਾ ਸਮਾਂ ਜਿਹੜਾ ਉਹ ਜੇਲ੍ਹਾਂ ਦੇ ਵਿੱਚ ਪੂਰਾ ਕਰ ਚੁੱਕੇ। ਹੁਣ ਇਹ ਸਾਰਾ ਮਸਲਾ ਜਿਹੜਾ ਉਲਝਿਆ ਪਿਆ। ਦੂਜੇ ਪਾਸੇ ਸੁਪਰੀਮ ਕੋਰਟ ਨੇ ਜਲਦੀ ਕੀਤੀ ਹੈ ਕਿ ਫਾਂਸੀ 'ਚ ਦੇਰੀ ਕਿਉਂ, ਇਸ ਤੇ ਕੇਂਦਰ ਸਰਕਾਰ ਜਲਦ ਫੈਸਲਾ ਲਵੇ। ਉਸ ਵਕਤ ਵੀ ਜਦੋਂ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੁੰਦੀ ਹੈ ਤੇ ਮਸਲਾ ਪਿਛੜ ਜਾਂਦਾ ਹੈ। ਪ੍ਰਧਾਨ ਧਾਮੀ ਸਾਹਿਬ ਵਿਦੇਸ਼ ਹੁੰਦੇ ਨੇ, ਕਿ ਧਾਮੀ ਸਾਹਿਬ ਦੀ ਐਬਸੈਂਸ ਦੇ ਵਿੱਚ ਮਸਲਾ ਨਹੀਂ ਸੀ ਵਿਚਾਰਿਆ ਜਾ ਸਕਦਾ? ਕਿ ਪੰਜ ਸਿੰਘ ਸਾਹਿਬਾਨ ਖੁਦ ਦੇ ਤੌਰ ਤੇ ਫੈਸਲਾ ਨਹੀਂ ਸੀ ਲੈ ਸਕਦੇ? ਇਹ ਸਾਡੇ ਅੱਜ ਦੇ ਸਵਾਲ। ਇੱਕ ਪਾਸੇ ਕਹਿੰਦੇ ਨੇ ਕਿ ਜੇ ਜਿਉਂਦੇ ਸ਼ਹੀਦ ਨੇ ਬਲਵੰਤ ਸਿੰਘ ਰਾਜੋਆਣਾ, ਉਹਨਾਂ ਨੂੰ ਜਿੰਦਾ ਸ਼ਹੀਦ ਦੀ ਉਪਾਧੀ ਦੇ ਨਾਲ ਨਵਾਜ਼ਿਆ ਗਿਆ, ਤੇ ਦੂਜੇ ਪਾਸੇ ਉਸੇ ਜਿੰਦਾ ਸ਼ਹੀਦ ਦੇ ਲਈ ਸਮਾਂ ਨਹੀਂ ਹੁੰਦਾ ਮੀਟਿੰਗ ਦੇ ਵਿੱਚ, ਤੇ ਉਹਨਾਂ ਦਾ ਮਸਲਾ ਪਿਛੜ ਜਾਂਦਾ। ਸਮਾਂ ਮਿਲਦਾ ਹੈ ਤਾਂ ਸਿਆਸਤ ਨਾਲ ਸੰਬੰਧਿਤ ਮਸਲਿਆਂ ਤੇ ਵਿਚਾਰ ਕਰ ਲਈ, ਮੁੱਖ ਮੰਤਰੀ ਨਾਲ ਸੰਬੰਧਿਤ ਮਸਲਿਆਂ ਤੇ ਵਿਚਾਰ ਕਰ ਲਈ। ਅਸੀਂ ਇਹ ਨਹੀਂ ਕਹਿੰਦੇ ਕਿ ਮਸਲਾ ਇੰਪੋਰਟੈਂਟ ਨਹੀਂ ਸੀ, ਉਹ ਮਸਲਾ ਵੀ ਅੱਜ ਦੀ ਘੜੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਇੱਕ ਵੀਡੀਓ ਦਾ ਮਸਲਾ ਸੀ। ਪਰ ਕੀ ਬਲਵੰਤ ਸਿੰਘ ਰਾਜੋਆਣਾ ਦਾ ਮਸਲਾ ਛੋਟਾ ਹੈ? ਕਿ ਕਿਸੇ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਮਸਲਾ ਛੋਟਾ ਹੋ ਸਕਦਾ ਹੈ? ਤਾਂ ਉਸਨੂੰ ਵਿਚਾਰਿਆ ਕਿਉਂ ਨਹੀਂ ਗਿਆ? ਬਲਵੰਤ ਸਿੰਘ ਰਾਜੋਆਣਾ ਦੀ ਲਗਾਤਾਰ ਅਸੀਂ ਗੱਲ ਕਰ ਰਹੇ ਹਾਂ। ਜੇਕਰ ਕਾਨੂੰਨ ਮੁਤਾਬਕ ਸਜ਼ਾ ਕੱਟਣੀ ਇੱਕ ਗੁਨਾਹ ਦੀ ਕੀਮਤ ਹੈ ਤਾਂ 29 ਸਾਲਾਂ ਦੀ ਨਜ਼ਰਬੰਦੀ ਤੋਂ ਬਾਅਦ ਵੀ ਫਾਂਸੀ ਦੀ ਤਲਵਾਰ ਲਟਕਾ ਕੇ ਰੱਖਣਾ ਕੀ ਇੱਕ ਇਨਸਾਨ ਦੀ ਮਾਨਸਿਕ ਹੱਤਿਆ ਨਹੀਂ ਹੈ? ਜਦੋਂ ਸਜ਼ਾ ਪੂਰੀ ਹੋ ਚੁੱਕੀ ਹੈ ਤਾਂ ਸਜ਼ਾ ਤੋਂ ਬਾਅਦ ਵੀ ਜੇਲ੍ਹ ਦੇ ਵਿੱਚ ਹੀ ਰੱਖਣ ਦਾ ਤਰਕ ਕੀ ਹੈ? ਕਿਉਂਕਿ ਹੁੰਦਾ ਤਾਂ ਇਹ ਹੈ ਕਿ ਕਿਸੇ ਵਿਅਕਤੀ ਨੇ ਗੁਨਾਹ ਕਰ ਲਿਆ, ਉਸਨੇ ਉਸਦੀ ਮੁਕਰਰ ਸਜ਼ਾ ਪੂਰੀ ਕੀਤੀ ਤੇ ਉਸਨੂੰ ਜੇਲ੍ਹ ਚੋਂ ਬਾਹਰ ਕੱਢ ਦਿੱਤਾ। ਪਰ ਬੰਦੀ ਸਿੰਘਾਂ ਦੇ ਕੇਸ ਦੇ ਵਿੱਚ ਅਜਿਹਾ ਨਹੀਂ ਹੈ। ਉਹ ਆਪਣੀਆਂ ਸਜ਼ਾਵਾਂ ਤੋਂ ਵੀ ਦੁੱਗਣਾ ਸਮਾਂ ਜੇਲ੍ਹਾਂ ਦੇ ਵਿੱਚ ਪੂਰਾ ਕਰ ਚੁੱਕੇ ਨੇ, ਪਰ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ। ਸਾਡੀਆਂ ਸਰਕਾਰਾਂ ਉਹਨਾਂ ਦੇ ਲਈ ਕੁਝ ਕਰ ਹੀ ਨਹੀਂ ਰਹੀਆਂ। ਤਾਂ ਲਗਾਤਾਰ ਇਸੇ ਤੇ ਅਸੀਂ ਬਣੇ ਰਵਾਂਗੇ। ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਜੀ। ਸਾਡਾ ਪ੍ਰੋਗਰਾਮ ਲਾਈਵ ਹੈ। ਸਾਡੇ ਨੰਬਰ ਤੁਹਾਡੇ ਜੋ ਵੀ ਫਲੈਸ਼ ਨੇ, ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤਾਂ ਮੁੱਦੇ ਤੇ ਵਾਪਸ ਆਉਂਦੇ ਹਾਂ। ਮੁੱਦਾ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਜੁੜਿਆ ਹੋਇਆ ਹੈ।
ਉਹਨਾਂ ਦੀ ਰਹਿਮ ਪਟੀਸ਼ਨ ਦੇ ਨਾਲ ਜੁੜਿਆ ਹੋਇਆ ਹੈ। ਰਾਜੋਆਣਾ ਐਸਜੀਪੀਸੀ ਨੂੰ ਕਹਿ ਚੁੱਕੇ ਨੇ ਕਿ ਉਹਨਾਂ ਦੀ ਰਹਿਮ ਪਟੀਸ਼ਨ ਵਾਪਸ ਲਈ ਜਾਵੇ ਤਾਂ ਜੋ ਉਹਨਾਂ ਦੇ ਕੇਸ ਦਾ ਨਿਪਟਾਰਾ ਹੋ ਸਕੇ, ਕਿਉਂਕਿ ਉਹਨਾਂ ਨੂੰ 29 ਸਾਲ ਤੱਕ ਦਾ ਸਮਾਂ ਹੋ ਚੁੱਕਿਆ ਹੈ ਜੇਲ੍ਹ ਦੇ ਵਿੱਚ ਰਹਿੰਦਿਆਂ। ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਹੋਈ ਸੀ 2012 ਦੇ ਵਿੱਚ ਹੋਈ ਸੀ, ਉਹ ਆਪਣੀ ਸਜ਼ਾ ਜਿਹੜੀ ਮੌਤ ਦੀ ਸਜ਼ਾ ਹੁੰਦੀ ਹੈ ਉਹ ਵੀ ਪੂਰੀ ਕਰਨ ਤੋਂ ਬਾਅਦ ਵੀ ਦੁੱਗਣਾ ਟਾਈਮ ਹੈ ਜਿਹੜਾ ਜੇਲ੍ਹ ਦੇ ਵਿੱਚ ਬਿਤਾ ਚੁੱਕੇ, ਪਰ ਹਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਐਸਜੀਪੀਸੀ ਦੇ ਵੱਲੋਂ ਮਰਸੀ ਪਟੀਸ਼ਨ ਪਾਈ ਗਈ ਸੀ ਤਾਂ ਉਹਨਾਂ ਨੇ ਐਸਜੀਪੀਸੀ ਨੂੰ ਕਈ ਚਿੱਠੀਆਂ ਲਿਖੀਆਂ ਕਿ ਜਲਦ ਇਸ ਤੇ ਫੈਸਲਾ ਲਓ, ਨਹੀਂ ਤਾਂ ਉਹ ਜੇਲ੍ਹ ਦੇ ਵਿੱਚ ਹੀ ਮੁੜ ਤੋਂ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ। ਤਾਂ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਰਾਜੋਆਣਾ ਦਾ ਮਾਮਲਾ ਪਛੜ ਗਿਆ। ਸਿੱਖ ਜਥੇਬੰਦੀਆਂ ਨੇ ਪਹਿਲਾਂ ਹੋਈ ਬੈਠਕ ਦੇ ਵਿੱਚ ਇਹ ਮਸਲਾ ਜ਼ੋਰ ਸ਼ੋਰ ਦੇ ਨਾਲ ਵਿਚਾਰਿਆ ਸੀ, ਪਰ ਇਹ ਜਿਹੜੀ ਮੀਟਿੰਗ ਹੋਈ ਹੈ ਸਿੰਘ ਸਾਹਿਬਾਨਾਂ ਦੀ, ਉਸ ਦੇ ਵਿੱਚ ਇਹ ਮਸਲਾ ਪਿਛੜ ਗਿਆ। ਇਸ ਮੀਟਿੰਗ ਦੇ ਵਿੱਚ ਕਈ ਹੋਰ ਮਸਲੇ ਹਾਵੀ। ਹੁਣ ਸਵਾਲ ਇਹ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਦੇ ਵਿੱਚ ਕੀ ਹੋਣਾ ਚਾਹੀਦਾ ਹੈ। ਦੂਸਰਾ ਸਵਾਲ ਕਿ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਹੋਣੀ ਚਾਹੀਦੀ ਹੈ। ਤੀਸਰਾ ਸਵਾਲ ਕਿ ਐਸਜੀਪੀਸੀ ਨੂੰ ਰਾਜੋਆਣਾ ਸਾਹਿਬ ਦੀ ਰਹਿਮ ਪਟੀਸ਼ਨ ਹੈ ਜਿਹੜੀ ਵਾਪਸ ਲੈਣੀ ਚਾਹੀਦੀ ਹੈ। ਚੌਥਾ ਸਵਾਲ ਕਿ ਸਜ਼ਾ ਜਿਹੜੀ ਪੂਰੀ ਹੋ ਚੁੱਕੀ ਹੈ ਉਸ ਤੋਂ ਬਾਅਦ ਵੀ ਫਾਂਸੀ ਦੀ ਤਲਵਾਰ ਲਟਕਣਾ ਕਿ ਇੱਕ ਵਿਅਕਤੀ ਦੇ ਲਈ ਮਾਨਸਿਕ ਟੌਰਚਰ ਨਹੀਂ ਹੈ ਫਾਂਸੀ ਦੇ ਸਜ਼ਾ ਦੇ ਸਾਏ ਹੇਠ ਜ਼ਿੰਦਗੀ ਕੱਟਣਾ। ਕਿ ਹੁਣ ਜਦੋਂ ਇੰਨੇ ਸਾਲ ਹੋ ਚੁੱਕੇ ਨੇ, ਮੌਤ ਦੀ ਸਜ਼ਾ ਤੋਂ ਵੀ ਦੁੱਗਣਾ ਸਮਾਂ ਜੇਲ੍ਹ ਦੇ ਵਿੱਚ ਬਿਤਾ ਚੁੱਕੇ ਨੇ, ਕਿ ਉਹਨਾਂ ਨੂੰ ਬਾਹਰ ਆਉਣ ਦਾ ਅਧਿਕਾਰ ਨਹੀਂ ਹੈ, ਕਿ ਇਹ ਉਹਨਾਂ ਦਾ ਮਨੁੱਖੀ ਅਧਿਕਾਰ ਨਹੀਂ ਹੈ। ਇਹ ਉਹ तमाम ਸਵਾਲ ਨੇ। ਆਖਰਕਾਰ ਬੰਦੀ ਸਿੰਘਾਂ ਦੇ ਕੇਸ ਦੇ ਵਿੱਚ ਅਜਿਹਾ ਕਿਉਂ? ਦਰਸ਼ਕ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ ਤੁਸੀਂ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਛੋਟੀਆਂ ਦੋ ਗੱਲਾਂ ਕਹੂੰਗਾ ਜੀ। ਦੋ ਰੀਜ਼ਨ ਹੈ ਜੀ ਇਹਨੂੰ ਬਾਹਰ ਨਹੀਂ ਆਉਣ ਦਿੰਦੇ। ਫਾਂਸੀ ਇਸ ਲਈ ਨਹੀਂ ਦੇ ਰਹੇ ਤੇ ਇੱਕਦਮ ਪੰਜਾਬ 'ਚ ਮਾਹੌਲ ਖਰਾਬ ਹੋਊਗਾ। ਬਾਹਰ ਇਹਨੂੰ ਇਸ ਕਰਕੇ ਨਹੀਂ ਆਉਣ ਦਿੰਦੇ ਰਾਜੋਆਣਾ ਨੂੰ ਵੀ ਇਹ ਆਉਂਦਿਆਂ ਸਾਰੇ ਅਗਰ ਇਲੈਕਸ਼ਨ ਲੜੇ ਤੇ ਸਾਰੇ ਵਾਈਪ ਆਊਟ ਹੋ ਜਾਣਗੇ। ਸਹੀ ਕਿਉਂ ਭੈਣ ਜੀ? ਜੀ ਬਹੁਤ ਸ਼ੁਕਰੀਆ ਸਰ, ਤੁਸੀਂ ਬਹੁਤ ਅੱਛੀ ਰਾਏ ਦਿੱਤੀ ਹੈ ਔਰ ਬਹੁਤ ਸਟੀਕ ਰਾਏ ਹੈ ਤੁਹਾਡੀ, ਬਹੁਤ ਧੰਨਵਾਦ। ਤਾਂ ਸਾਡੇ ਨਾਲ ਜੋ ਦਰਸ਼ਕ ਜੁੜੇ ਸੀ ਉਹਨਾਂ ਦਾ ਕਹਿਣਾ ਸੀ ਕਿ ਫਾਂਸੀ ਇਸ ਲਈ ਨਹੀਂ ਦਿੱਤੀ ਜਾ ਰਹੀ ਕਿ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ, ਬਾਹਰ ਇਸ ਲਈ ਨਹੀਂ ਆਉਣ ਦਿੱਤਾ ਜਾ ਰਿਹਾ ਕਿ ਬਾਹਰ ਆ ਕੇ ਜੇਕਰ ਇਲੈਕਸ਼ਨ ਲੜੇ ਤਾਂ ਇਹ ਜਿੱਤ ਜਾਣ, ਇਸ ਲਈ ਉਹਨਾਂ ਦੀ ਫਾਂਸੀ ਦੀ ਸਜ਼ਾ ਹੈ ਜਿਹੜੀ ਬਰਕਰਾਰ ਰੱਖੀ ਹੋਈ ਹੈ, ਫੈਸਲਾ ਉਸ ਤੇ ਨਹੀਂ ਕੀਤਾ ਜਾ ਰਿਹਾ ਹੈ। ਇਹ ਵੀ ਇੱਕ ਕਾਰਨ ਦੱਸਿਆ ਹੈ। ਤੁਹਾਡੇ ਮੁਤਾਬਕ ਕਿਹੜੇ ਕਾਰਨ ਹੋ ਸਕਦੇ ਨੇ? ਕਿਉਂਕਿ ਹਰ ਇੱਕ ਦੀ ਆਪਣੀ ਰਾਏ ਹੁੰਦੀ ਹੈ, ਹਰ ਇੱਕ ਦੀ ਆਪਣੀ ਸੋਚ ਹੁੰਦੀ ਹੈ, ਹਰ ਇੱਕ ਦਾ ਆਪਣਾ ਵਿਜ਼ਨ ਹੁੰਦਾ ਹੈ। ਅਸੀਂ ਸਾਡੇ ਸਾਰੇ ਹੀ ਦਰਸ਼ਕਾਂ ਦੀ ਰਾਏ ਦਾ ਸਤਿਕਾਰ ਕਰਦੇ ਹਾਂ, ਜਿਹੜੇ ਵੀ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ ਤੇ ਆਪਣੀ ਰਾਏ ਦੇ ਰਹੇ ਨੇ। ਹੁਣ ਜੇਕਰ ਹਰਜਿੰਦਰ ਸਿੰਘ ਧਾਮੀ ਬਾਹਰ ਜਾਣ ਤਾਂ ਕੀ ਫਿਰ ਬਲਵੰਤ ਸਿੰਘ ਰਾਜੋਆਣਾ ਦੇ ਮਸਲੇ ਤੇ ਵਿਚਾਰ ਨਹੀਂ ਸੀ ਕੀਤਾ ਜਾ ਸਕਦਾ? ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਇਸੇ ਤਰ੍ਹਾਂ ਲਟਕਦੀ ਰਹੇਗੀ ਕਿ ਨਾ ਰਾਜੋਆਣਾ ਤੇ ਜਾਂ ਬਾਕੀ ਬੰਦੀ ਸਿੰਘ ਨਾ ਇੱਧਰ ਦੇ ਨੇ ਨਾ ਉੱਧਰ ਦੇ ਨੇ, ਵਿੱਚ ਵਿਚਾਲਾ ਸਾਰੀ ਉਮਰ ਜੇਲ੍ਹ 'ਚ ਹੀ ਕੱਟ ਦੇਣਗੇ? ਕਿ ਕਦੇ ਉਹ ਜੇਲ੍ਹਾਂ 'ਚੋਂ ਬਾਹਰ ਨਹੀਂ ਆਉਣਗੇ, ਕਿ ਕਦੇ ਉਹ ਆਪਣੇ ਪਰਿਵਾਰਾਂ ਨੂੰ ਨਹੀਂ ਮਿਲਣਗੇ? ਇਹ ਉਹ तमाम ਚੀਜ਼ਾਂ ਨੇ ਜਿਹੜੀਆਂ ਲੋਕਾਂ ਨੂੰ ਵੀ ਸੋਚਣ ਦੇ ਲਈ ਮਜਬੂਰ ਕਰ। ਆਮ ਕਰਕੇ ਜਦੋਂ ਗੁਨਾਹ ਦੀ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਬੰਦਾ ਜੇਲ੍ਹ 'ਚੋਂ ਰਿਹਾ ਹੋ ਜਾਂਦਾ ਹੈ, ਪਰ ਬੰਦੀ ਸਿੰਘਾਂ ਦੇ ਕੇਸਾਂ ਦੇ ਵਿੱਚ ਅਜਿਹਾ ਨਹੀਂ ਹੈ। ਉਹਨਾਂ ਦੀਆਂ ਸਜ਼ਾਵਾਂ ਨੂੰ 31 ਸਾਲ ਹੋ ਗਏ ਨੇ, ਪਰ ਉਹ ਹਲੇ ਵੀ ਜੇਲ੍ਹਾਂ ਦੇ ਵਿੱਚ ਹੀ ਨਜ਼ਰ ਆਉਂਦੇ, ਉਹਨਾਂ ਨੂੰ ਜੇਲ੍ਹਾਂ 'ਚੋਂ ਬਾਹਰ ਨਹੀਂ ਆਉਣ ਦਿੱਤੇ ਜਾ ਰਹੇ। ਇੱਕ ਹੋਰ ਦਰਸ਼ਕ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ। ਹੈਲੋ, ਤਾਂ ਗੱਲਬਾਤ ਮੁੱਦੇ ਤੇ ਹੀ ਵਾਪਸ ਕਰਦੇ ਹਾਂ। ਰਾਜੋਆਣਾ ਦਾ ਇੰਤਜ਼ਾਰ, ਕੀ ਕਦਮ ਲਵੇਗੀ ਸਰਕਾਰ? ਪਟੀਸ਼ਨ ਤੇ ਅਪੀਲ ਐਸਜੀਪੀਸੀ ਦੀ ਕੀ ਦਲੀਲ? ਪ੍ਰਧਾਨ ਧਾਮੀ ਦੇਸ਼ ਤੋਂ ਬਾਹਰ ਕੀ ਕਹਿੰਦੇ ਨੇ ਮਾਹਿਰ? ਅੱਜ ਦਾ ਮੁੱਦਾ ਫਾਂਸੀ ਫੈਸਲਾ ਤੇ ਫਰਿਆਦ ਦੇ ਨਾਲ ਜੁੜਿਆ ਹੁੰਦਾ ਹੈ। ਮਾਮਲਾ ਕਤਲ ਨਾਲ ਸੰਬੰਧਿਤ ਕਿਉਂ ਇੰਨਾ ਲੰਬਿਤ, ਕਿਉਂ ਮਸਲਾ ਇੰਨਾ ਲੰਬਿਤ ਹੈ, ਕਿਉਂ ਖਿੱਚਿਆ ਜਾ ਰਿਹਾ ਹੈ? ਇਸ ਮਸਲੇ ਤੇ ਬਹੁਤ ਸਾਰੇ ਲੋਕ ਸਾਡੇ ਨਾਲ ਗੱਲਬਾਤ ਕਰਦੇ ਨੇ, ਜੁੜਦੇ ਨੇ, ਜਿਨ੍ਹਾਂ ਦੀ ਹਰ ਦੀ ਆਪਣੀ ਰਾਏ ਹੁੰਦੀ ਹੈ। ਪਰ ਕੀ ਐਸਜੀਪੀਸੀ ਨੂੰ ਇਸ ਕੇਸ ਦੇ ਵਿੱਚ, ਖਾਸ ਕਰਕੇ ਰਾਜੋਆਣਾ ਦੇ ਕੇਸ ਦੇ ਵਿੱਚ, ਕੋਈ ਠੋਸ ਕਦਮ ਨਹੀਂ ਲੈਣਾ ਚਾਹੀਦਾ? ਜਾਂ ਫਿਰ ਐਸਜੀਪੀਸੀ ਵੀ ਹੁਣ ਚੁੱਪ ਕਰ ਗਈ ਹੈ? ਜਾਂ ਫਿਰ ਐਸਜੀਪੀਸੀ ਸਿਆਸੀ ਹੱਥਾਂ ਦੀ ਕਠਪੁਤਲੀ ਬਣ ਗਈ? ਦੂਸਰੇ ਪਾਸੇ ਐਸਜੀਪੀਸੀ ਨੇ ਕੇਸ ਪੰਜ ਸਿੰਘ ਸਾਹਿਬਾਨਾਂ ਕੋਲ ਤੋਂ, ਤਾਂ ਪੰਜ ਸਿੰਘ ਸਾਹਿਬਾਨ ਕਹਿੰਦੇ ਨੇ ਕਿ ਇਸ ਤੇ ਚਰਚਾ ਕਰਨ ਲਈ ਹਰਜਿੰਦਰ ਧਾਮੀ ਦਾ ਹੋਣਾ ਲਾਜ਼ਮੀ ਸੀ ਤੇ ਹਰਜਿੰਦਰ ਧਾਮੀ ਇਸ ਵਕਤ ਵਿਦੇਸ਼ ਦੇ ਵਿੱਚ।
ਕਿ ਐਸਜੀਪੀਸੀ ਦੇ ਮੈਂਬਰਾਂ ਦੇ ਨਾਲ ਇਸ ਤੇ ਚਰਚਾ ਨਹੀਂ ਕੀਤੀ ਜਾ ਸਕਦੀ ਜੇਕਰ ਪ੍ਰਧਾਨ ਉਪਦੇਸ਼ ਦੇ ਵਿੱਚ ਕਿ ਫੋਨ ਤੇ ਲੈ ਕੇ ਗੱਲਬਾਤ ਨਹੀਂ ਕੀਤੀ ਜਾ ਸਕਦੀ ਸੀ ਧਾਮੀ ਸਾਹਿਬ ਦੇ ਵਿੱਚ ਕਿ ਇਹ ਮਸਲਾ ਛੋਟਾ ਹੋ ਗਿਆ ਐਸਜੀਪੀਸੀ ਦੇ ਲਈ, ਸਿੱਖ ਸੰਸਥਾਵਾਂ ਦੇ ਲਈ ਕਿ ਇੱਕ ਪਾਸੇ ਜਿਸ ਵਿਅਕਤੀ ਨੂੰ ਤੁਸੀਂ ਜਿਉਂਦੇ ਸ਼ਹੀਦ ਦਾ ਖਿਤਾਬ ਦਿੱਤਾ ਹੈ ਉਸੇ ਤੇ ਗੱਲਬਾਤ ਤੁਸੀਂ ਨਹੀਂ ਕਰ ਰਹੇ। ਜਦੋਂ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਜਲਦ ਫਾਂਸੀ ਦਿਓ, ਫਾਂਸੀ 'ਚ ਦੇਰੀ ਕਿਉਂ ਹੈ, ਤੁਸੀਂ ਫਾਂਸੀ ਕਿਉਂ ਨਹੀਂ ਦੇ ਰਹੇ? ਹੁਣ ਇਸ ਤੋਂ ਲੈ ਕੇ ਮਾਹਿਰ ਵਿਅਕਤੀ ਕੀ ਕਰਨਗੇ? ਹਰ ਇੱਕ ਦਾ ਆਪਣਾ ਆਪਣਾ ਤਜਰਬਾ ਹੈ, ਹਰ ਕੋਈ ਇਸ ਨੂੰ ਆਪਣੇ ਤਰੀਕੇ ਦੇ ਨਾਲ ਸੁਣਦਾ ਹੈ। ਕੋਈ ਕਹਿੰਦਾ ਹੈ ਕਿ ਕਾਨੂੰਨ ਦੀ ਵਰਤੋਂ ਦੇ ਨਾਲ ਰਿਹਾਈ ਹੋ ਸਕਦੀ ਹੈ ਕਿਉਂਕਿ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਕੋਈ ਕੁਛ ਤੇ ਕੋਈ ਕੁਛ, ਕਿਉਂਕਿ ਬਾਹਰ ਬੰਦੀ ਸਿੰਘਾਂ ਨੂੰ ਆਉਣ ਹੀ ਨਹੀਂ ਦਿੱਤਾ ਜਾ ਰਿਹਾ। ਬਲਵੰਤ ਸਿੰਘ ਰਾਜੋਆਣਾ ਬਾਹਰ ਨਹੀਂ ਆ ਰਹੇ ਕਿਉਂਕਿ ਲਗਾਤਾਰ ਉਹ ਕਹਿ ਵੀ ਚੁੱਕੇ ਨੇ ਕਿ ਜੇਕਰ ਮਰਸੀ ਪਟੀਸ਼ਨ ਵਾਪਸ ਨਾ ਲਈ ਤਾਂ ਜੇਲ੍ਹ ਦੇ ਅੰਦਰ ਮੁੜ ਤੋਂ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ। ਇਸ ਤੋਂ ਪਹਿਲਾਂ ਵੀ 2 ਵਾਰ ਬਲਵੰਤ ਸਿੰਘ ਰਾਜੋਆਣਾ ਭੁੱਖ ਹੜਤਾਲ ਕਰ ਚੁੱਕੇ ਨੇ ਜੇਲ੍ਹ ਦੇ ਅੰਦਰ, ਤਾਂ ਹੁਣ ਫਿਰ ਉਹਨਾਂ ਨੇ ਭੁੱਖ ਹੜਤਾਲ ਕਰਨ ਦੇ ਲਈ ਆਖਿਆ ਹੈ ਕਿ ਜੇਕਰ ਉਹਨਾਂ ਦੀ ਗੱਲ ਦੀ ਸੁਣਵਾਈ ਨਹੀਂ ਹੋਈ ਤਾਂ ਉਹ ਭੁੱਖ ਹੜਤਾਲ ਕਰ ਦੇਣਗੇ। ਇਸ ਲਈ ਕੀ ਇਸ ਤੇ ਚਰਚਾ ਛੇਤੀ ਨਹੀਂ ਹੋਣੀ ਚਾਹੀਦੀ? ਕਿਉਂ ਇਹ ਸਿੱਖ ਜਥੇਬੰਦੀਆਂ ਦੀ ਹੀ ਮੀਟਿੰਗ ਦੇ ਵਿੱਚ ਇਹ ਮਸਲਾ ਪਿਛੜ ਗਿਆ ਕਿ ਸਿੱਖਾਂ ਦੇ ਸਭ ਤੋਂ ਵੱਡੇ ਮਸਲੇ ਦੇ ਲਈ ਸਮਾਂ ਨਹੀਂ ਸੀ, ਜਾਂ ਫਿਰ ਇੰਨਾ ਵੱਡਾ ਮਸਲਾ ਲੱਗਿਆ ਹੀ ਨਹੀਂ ਕਿ ਇਸ ਤੇ ਚਰਚਾ ਮੀਟਿੰਗ ਦੇ ਵਿੱਚ ਕੀਤੀ ਜਾਵੇ, ਜਾਂ ਫਿਰ ਧਾਮੀ ਸਾਹਿਬ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਕਿ ਧਾਮੀ ਸਾਹਿਬ ਨਹੀਂ ਸਨ ਤੇ ਉਹਨਾਂ ਤੋਂ ਬਿਨਾਂ ਚਰਚਾ ਮੀਟਿੰਗ ਦੇ ਵਿੱਚ ਨਹੀਂ ਹੋ ਸਕਦੀ ਸੀ। ਹੁਣ ਦੇਸ਼ ਤੋਂ ਬਾਹਰ ਨੇ ਹਰਜਿੰਦਰ ਸਿੰਘ ਧਾਮੀ ਤਾਂ ਅਜਿਹੇ ਦੇ ਵਿੱਚ ਕੀ ਵਿਕਲਪ ਹੋ ਸਕਦਾ ਸੀ? ਮਾਮਲਾ ਕਤਲ ਨਾਲ ਸੰਬੰਧਿਤ ਕਿਉਂ ਇੰਨਾ ਲੰਬਤ? ਅੱਜ ਦਾ ਮੁੱਦਾ ਫਾਂਸੀ ਫੈਸਲਾ ਤੇ ਫਰਿਆਦ ਨਾਲ ਜੁੜਿਆ ਹੋਇਆ ਹੈ। ਪੰਜ ਸੰਘ ਸਭਾਵਾਂ ਦੀ ਮੀਟਿੰਗ ਵਿੱਚ ਰਾਜੋਆਣਾ ਦਾ ਮਸਲਾ ਪਛੜ ਗਿਆ। ਸ਼੍ਰੋਮਣੀ ਕਮੇਟੀ ਸਜ਼ਾ ਮੁਆਫੀ ਦੀ ਪਟੀਸ਼ਨ ਵਾਪਸ ਲਵੇ। ਬਲਵੰਤ ਸਿੰਘ ਰਾਜੋਆਣਾ ਨੇ ਆਖਿਆ ਲੰਬੇ ਸਮੇਂ ਤੋਂ ਲੰਬੇ ਕੇਸ ਵਿੱਚ ਸਰਕਾਰ ਵੱਲੋਂ ਕੋਈ ਵੀ ਹੁੰਗਾਰਾ ਨਹੀਂ ਭਰਿਆ ਗਿਆ ਹੈ। ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਅਦਾਲਤ ਵਿੱਚ ਵੀ ਵਿਚਾਰ ਅਧੀਨ ਹੈ। ਬੈਠਕ ਵਿੱਚ ਸਿਆਸੀ ਘਟਨਾਕ੍ਰਮ ਦੇ ਕਾਰਨ ਰਾਜੋਆਣਾ ਦਾ ਮਾਮਲਾ ਪਿੱਛੇ ਪੈ ਗਿਆ ਹੈ। ਹਰਜਿੰਦਰ ਸਿੰਘ ਧਾਮੀ ਦਾ ਵਿਦੇਸ਼ ਵਿੱਚ ਹੋਣਾ ਵੀ ਵੱਡੀ ਵਜ੍ਹਾ ਮੰਨੀ ਜਾ ਰਹੀ ਹੈ। ਬੇਅੰਤ ਸਿੰਘ ਹੱਤਿਆਕਾਂਡ ਦੇ ਦੋਸ਼ੀ ਨੇ ਬਲਵੰਤ ਸਿੰਘ ਰਾਜੋਆਣਾ। ਬੇਅੰਤ ਸਿੰਘ ਲਈ ਸੈਕੰਡ ਜਿਹੜਾ ਵਿਕਲਪ ਬਣੇ ਸੀ ਸੁਸਾਈਡ ਬੰਬਰ ਦਾ, ਉਹ ਬਲਵੰਤ ਸਿੰਘ ਰਾਜੋਆਣਾ ਹੀ ਸੀ। ਉਦੋਂ ਤੋਂ ਹੀ ਫੜੇ ਗਏ, ਜੇਲ੍ਹ ਦੇ ਵਿੱਚ ਨੇ, ਸਾਬਕਾ ਪੁਲਿਸ ਅਧਿਕਾਰੀ ਵੀ ਰਹੇ ਨੇ ਬਲਵੰਤ ਸਿੰਘ ਰਾਜੋਆਣਾ। ਤਾਂ ਅਜਿਹੇ ਦੇ ਵਿੱਚ ਉਹਨਾਂ ਦੇ ਕੇਸ ਦੇ ਵਿੱਚ ਹੋਣਾ ਕੀ ਚਾਹੀਦਾ ਹੈ, ਇਸੇ ਤੇ ਅਸੀਂ ਡਿਟੇਲ ਦੇ ਵਿੱਚ ਅੱਜ ਚਰਚਾ ਕੀਤੀ ਹੈ। ਔਰ ਕੀ ਨਹੀਂ ਹੋਣਾ ਚਾਹੀਦਾ, ਕੀ ਹੋਣਾ ਚਾਹੀਦਾ ਹੈ, ਕਿਉਂ ਇਹ ਕਾਰਨ ਹੈ ਜਿਹੜੇ ਕਿਉਂ ਇਹ ਪਿੱਛੇ ਪਿਆ ਹੈ। ਰਾਜੋਆਣਾ ਨੇ ਪਹਿਲੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀ ਪਟੀਸ਼ਨ ਤੇ ਜਲਦ ਫੈਸਲਾ ਨਾ ਲਿਆ ਗਿਆ ਤਾਂ ਦੁਬਾਰਾ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕਰ ਸਕਦੇ ਨੇ। ਦੂਜੇ ਪਾਸੇ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਦੇਰੀ ਅਜਿਹੇ ਸਮੇਂ ਹੋਈ ਹੈ ਜਦੋਂ ਸੁਪਰੀਮ ਕੋਰਟ ਨੇ ਜਾਣੀ ਕਿ ਦੇਸ਼ ਦੀ ਸਿਖਰਲੀ ਅਦਾਲਤ ਨੇ ਕੇਂਦਰ ਸਰਕਾਰ ਨੂੰ ਰਾਜੋਆਣਾ ਦੀ ਪਟੀਸ਼ਨ ਤੇ ਥੋੜੀ ਦੇਰ ਲਈ ਸਖਤ ਜਵਾਬ ਤਲਬੀ ਕੀਤੀ ਹੈ। ਫਿਲਹਾਲ ਕੋਈ ਫੈਸਲਾ ਨਹੀਂ ਹੈ। ਹਾਲਾਂਕਿ ਜਦੋਂ ਪਹਿਲੀ ਪਾਤਸ਼ਾਹੀ ਦਾ ਜਿਹੜਾ ਸੀ ਪ੍ਰਕਾਸ਼ ਪਰਬ ਮਨਾਇਆ ਗਿਆ ਸੀ 5.5 2019 ਦੇ, ਤਦ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਸੀ ਕਿ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕੀਤੀ ਜਾਏਗੀ। ਤਦ ਕਾਫੀ ਗੱਲਾਂ ਇਸ ਚੀਜ਼ ਨੂੰ ਵੀ ਲੈ ਕੇ ਹੋਈਆਂ ਸੀ, ਪਰ ਫਾਂਸੀ ਦੀ ਸਜ਼ਾ ਹਲੇ ਵੀ ਬਰਕਰਾਰ ਹੈ ਕਿਉਂਕਿ ਰਹਿਮ ਦੀ ਪਟੀਸ਼ਨ ਹੈ ਜਿਹੜੀ ਉਹ ਚੱਲ ਰਹੀ ਹੈ। ਇਸ ਤੇ ਲੈ ਕੇ ਵੀ ਸਿਆਸਤ ਹੈ ਜਿਹੜੀ ਉੱਚ ਪੱਧਰ ਤੇ ਹੋਈ ਸੀ ਕਿ ਪ੍ਰਧਾਨ ਮੰਤਰੀ ਨੇ ਕਿਹਾ ਤਾਂ, ਪਰ ਹੋਇਆ ਕੀ ਹੈ ਕਿ ਵਾਕਿਆ ਹੀ ਫਾਂਸੀ ਹੈ ਜਿਹੜੀ ਉਹ ਹੋਵੇਗੀ ਕਿ ਐਸਜੀਪੀਸੀ ਆਪਣੀ ਪਟੀਸ਼ਨ ਮਰਸੀ ਪਟੀਸ਼ਨ ਵਾਪਸ ਲਵੇਗੀ, ਜਾਂ ਫਿਰ ਐਸਜੀਪੀਸੀ ਪਟੀਸ਼ਨ ਲਈ ਲਵੇਗੀ ਵਾਪਸ, ਜਾਂ ਫਿਰ ਐਸਜੀਪੀਸੀ ਦੇ ਕੋਲ ਹੋਰ ਕਿਹੜਾ ਰਾਹ ਬਚਿਆ ਹੈ, ਜਾਂ ਫਿਰ ਐਸਜੀਪੀਸੀ ਦੇ ਕੋਲ ਕੋਈ ਰਾਹ ਬਚਿਆ ਹੈ। ਅਜਿਹੇ ਦੇ ਵਿੱਚ ਕੀ ਬਲਵੰਤ ਸਿੰਘ ਰਾਜੋਆਣਾ ਵਾਕਈ ਹੀ ਫਾਂਸੀ ਤੇ ਚੜਨਗੇ ਜਾਂ ਫਿਰ ਉਹਨਾਂ ਨੂੰ ਰਿਹਾਈ ਦਿੱਤੀ ਜਾਏਗੀ? ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਨਹੀਂ, ਤੁਸੀਂ ਮੈਨੂੰ ਜਸਟਿਸ ਦੀ ਤਰ੍ਹਾਂ ਚਾਹਤੇ ਹੋ। ਧੰਨਵਾਦ।